ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ। ਸਭ ਤੋਂ ਪਹਿਲਾਂ ਧੰਨਵਾਦ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਖ ਹੁਣ ਖਬਰਾਂ ਦਾ ਕਰਦੇ ਹਾਂ। ਖਬਰਾਂ ਵੱਲ ਵਧੀਏ ਤਾਂ ਸਭ ਤੋਂ ਪਹਿਲਾਂ ਮਿੰਟੂ ਜੀ ਪਾਇਓ ਚਾਨਣਾ। ਹਰਜੋਤ ਬੈਂਸ ਇੱਕ ਹੋਰ ਵਿਵਾਦ ਦੇ ਵਿੱਚ ਘਿਰ ਗਏ ਨੇ। ਬਿਲਕੁਲ ਗੁਰਪ੍ਰੀਤ, ਇਹ ਅੱਜ ਦੀ ਸਭ ਤੋਂ ਵੱਡੀ ਖਬਰ ਕਹਿ ਸਕਦੇ ਹਾਂ। ਵੈਸੇ ਵੀ ਅੱਜ ਕੱਲ ਸਿਤਾਰੇ ਗਰਦਿਸ਼ ਦੇ ਵਿੱਚ ਨੇ ਹਰਜੋਤ ਸਿੰਘ ਬੈਂਸ ਦੇ। ਜਿਸ ਡਿਪਾਰਟਮੈਂਟ ਦੇ ਉਹ ਮੰਤਰੀ ਨਹੀਂ ਸੀ, ਉਸ ਡਿਪਾਰਟਮੈਂਟ ਦੇ ਪੇਪਰ ਮਾਮਲੇ ਦੇ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਘਿਰ ਗਏ ਜੀ ਫਿਰ ਸਾਰਾ ਠੀਕਰਾ ਉਹਨਾਂ ਤੇ ਭੰਨਿਆ ਜਾ ਰਿਹਾ ਕਿ 6 ਪੇਪਰ ਲੀਕ ਹੋਏ ਜੀ, 7 ਪੇਪਰ ਲੀਕ ਹੋਏ ਆ। ਜਦ ਕਿ ਆਪਾਂ ਨੂੰ ਪਤਾ ਹੈ ਕਿ ਜ਼ਿਆਦਾਤਰ ਪੇਪਰ ਕੰਡਕਟ ਕਰਦਾ PSSB ਜੀ। ਮਤਲਬ ਹਰਜੋਤ ਬੈਂਸ ਦੇ ਸਿਤਾਰੇ ਵੈਸੇ ਹੀ ਕਰਦੇ ਕਿ ਸੁਪਤਨੀ SSP ਸਾਹਿਬਾ, ਉਹ ਲਾਠੀ ਚਾਰਜ ਬਠਿੰਡੇ ਵਾਲਾ, ਉਹ ਵੀ ਉਹਨਾਂ ਦੇ ਨਾਮ। ਤੇ ਉਤੋਂ ਹੁਣ ਕਹਿ ਲਓ ਕਿ ਡੁੱਬਦਿਆਂ ਦੇ ਸਿਰ 'ਚ ਮੀਂਹ। ਬਈ ਅੱਜ ਦਾ ਲਾ ਲਓ ਆ ਚੱਲਦਾ ਪਿਆ ਕਿ ਕੈਨੇਡਾ ਦਾ ਕੋਈ ਇਹਨਾਂ ਨੇ ਵਿਜ਼ਿਟ ਕੀਤਾ ਹੈ, ਕੈਨੇਡਾ ਦਾ ਕੋਈ ਦੌਰਾ ਕੀਤਾ ਹੈ, ਤੇ ਉਹ ਦੌਰਾ ਤੇ ਇਹਨਾਂ ਦਾ ਬੇਸ਼ੱਕ ਨਿੱਜੀ ਸੀਗਾ। ਕਹਿੰਦੇ ਕਿ ਉਸ ਦੌਰੇ ਦਾ ਇਹਨਾਂ ਨੇ ਬਿੱਲ ਪਾ ਲਿਆ। ਇੱਕ ਤੇ ਮਤਲਬ ਕਿ 4 ਲੱਖ ਸਮਥਿੰਗ ਅਮਾਊਂਟ ਇਹਨਾਂ ਨੇ ਕਲੇਮ ਕੀਤੀ ਸੀ, ਪਰ ਇਹਨਾਂ ਨੂੰ ਮਿਲੀ 3 ਲੱਖ ਦੇ ਕਰੀਬ। ਤੇ ਕਹਿੰਦੇ ਜੀ ਕਿ ਉਸ ਦੌਰੇ ਦੀ ਇਜਾਜ਼ਤ ਵੀ ਨਹੀਂ ਲਈ, ਬਸ ਮਾਨ ਸਾਹਿਬ ਨੂੰ ਕਹਿ ਕੇ ਕਹਿੰਦੇ ਜੀ ਚੱਲਦੇ ਆ ਤੇ ਪਰਤੇ ਆਵਾਂਗੇ ਜੀ। ਫਿਰ ਇਸ ਤੋਂ ਇਲਾਵਾ ਕਥਿਤ ਇਲਜ਼ਾਮਾਤ ਨੇ ਕਿ ਉਹਨਾਂ ਦੀ ਇੱਧਰ ਕਾਰ ਵੀ ਘੂਕਦੀ ਰਹੀ, ਮਤਲਬ ਕਿ ਤੇਲ ਵੀ ਮੱਚਦਾ ਰਿਹਾ। ਹੁਣ ਇਹਦੇ ਤੇ ਫਿਲਹਾਲ ਬੈਂਸ ਸਾਹਿਬ ਦਾ ਕੋਈ ਰਿਐਕਸ਼ਨ ਗੁਰਪ੍ਰੀਤ ਨਹੀਂ ਆਇਆ, ਪਰ ਅੱਜ ਵਿਰੋਧੀ ਧਿਰਾਂ ਨੇ ਇਕੱਠੇ ਹੋ ਕੇ ਕਹਿ ਲਓ ਜਾਂ ਇੱਕ ਸੁਰਤਾ ਦੇ ਨਾਲ ਕਹਿ ਲਓ, ਇਕੱਠਿਆਂ ਤੋਂ ਭਾਵ ਕਿ ਇੱਕੋ ਸੱਟੇ ਸਾਰਿਆਂ ਨੇ ਇਸ ਚੀਜ਼ ਤੇ ਬਈ ਤਾਬੜ ਤੋੜ ਹਮਲੇ ਕੀਤੇ। ਹੁਣ ਵੱਡੀ ਗੱਲ ਜਿਹੜੀ ਹੈ ਉਹ ਗੁਰਪ੍ਰੀਤ ਇਹ ਹੈ ਕਿ ਹਰਜੋਤ ਬੈਂਸ ਦੇ ਹੱਕ ਦੇ ਵਿੱਚ ਦਿੱਲੀ ਵਾਲੇ ਤਣੇ ਹੋਏ ਆ ਜੀ। ਹਰਜੋਤ ਬੈਂਸ ਦੇ ਹੱਕ ਦੇ ਵਿੱਚ ਤੁਸੀਂ ਵੇਖੋਗੇ ਤਾਂ ਧਰੁਵ ਰਾਠੀ ਨੇ ਵੀਡੀਓ ਪਾਈ ਹੈ। ਬਹੁਤ ਵੱਡੀ ਗੱਲ ਹੈ। ਬਿਲਕੁਲ ਧਰੁਵ ਰਾਠੀ ਦੀ ਮਤਲਬ ਕਿ ਆਲੋਚਨਾ ਵੀ ਹੋ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਪ੍ਰਤੀ ਕੁਝ ਝੁਕਾਵਾਦੀ ਨੇ, ਪਰ ਜੋ ਫੈਕਚੁਅਲੀ ਚੀਜ਼ਾਂ ਉਸਨੇ ਵਿੱਚ ਬੁਣੀਆਂ ਨੇ, ਕਿਉਂਕਿ ਉਹਦੀ ਇੱਕ ਮੁਹਾਰਤ ਹੈ, ਉਹ ਮਤਲਬ ਕਿ ਬਹੁਤ ਸਾਰਾ ਡਾਟਾ ਜਿਹੜਾ ਹੈ ਉਹ ਐਡਿਟ ਕਰਕੇ ਨਾਲ ਚਿਪਕਾ ਦਿੰਦਾ ਆਪਦੀ ਵੀਡੀਓ ਤੇ ਜੀ। ਤਾਂ ਧਰੁਵ ਰਾਠੀ ਦੀ ਵੀਡੀਓ ਨੇ ਬਿਲਕੁਲ ਗੇਮ ਪਲਟ ਦਿੱਤੀ ਸੀਗੀ ਹਰਜੋਤ ਬੈਂਸ ਦੇ ਹੱਕ ਦੇ ਵਿੱਚ। ਕਹਿ ਲਓ ਕਿ ਦਿੱਲੀ ਪਹਿਲਾਂ ਹੀ ਤਣ ਕੇ ਖਲੋਤੀ ਸੀ ਤੇ ਉਹਦੇ ਨਾਲ ਸਥਿਤੀ ਮਜ਼ਬੂਤ ਹੋ ਗਈ। ਪਰ ਅੱਜ ਦੇ ਇਹ ਐਪੀਸੋਡ ਜਿਹੜਾ ਵਾਪਰਿਆ, ਇਹਨੇ ਕਿਤੇ ਨਾ ਕਿਤੇ ਫੇਰ ਸਥਿਤੀ ਕਮਜ਼ੋਰ ਕੀਤੀ ਹੈ, ਕਿਉਂਕਿ ਮਾਮਲਾ ਲਿਟੀਗੇਸ਼ਨ ਦੇ ਰੂਪ ਦੇ ਵਿੱਚ, ਰਿਟ ਦੇ ਰੂਪ 'ਚ ਹਾਈ ਕੋਰਟ ਵੀ ਚੱਲ ਗਿਆ। ਹੁਣ ਰਿਐਕਸ਼ਨ ਇਹਨਾਂ ਦਾ ਜਦੋਂ ਆਏਗਾ, ਮੈਂ ਜ਼ਰੂਰ ਪੁੱਛਣਾ ਚਾਹਾਂਗਾ। ਮੈਂ ਅੱਜ ਰਾਬਤਾ ਨਹੀਂ ਕਰ ਸਕਿਆ ਇਹਨਾਂ ਦੇ ਨਾਲ। ਮੇਰੇ ਇੱਕ ਦੋ ਬੜੇ ਮਹੱਤਵਪੂਰਨ ਸਵਾਲ ਰਹਿਣਗੇ ਕਿ ਕੀ ਮਤਲਬ ਇਹਨਾਂ ਨੇ ਇਜਾਜ਼ਤ ਨਹੀਂ ਲਈ ਤਾਂ ਉਸ ਸੂਰਤ ਦੇ ਵਿੱਚ ਬਿੱਲ ਕਲੇਮ ਕਰ ਸਕਦੇ ਆ, ਕਿਉਂਕਿ ਕੋਈ ਵੀ ਵਜ਼ਾਰਤ ਦਾ ਵਜ਼ੀਰ ਜਦੋਂ ਬਾਹਰ ਜਾਂਦਾ ਤਾਂ ਫੋਰਨ ਮਿਨਿਸਟਰੀ ਤੋਂ, ਹੋਮ ਮਿਨਿਸਟਰੀ ਤੋਂ ਉਹ ਇੱਕ ਇਜਾਜ਼ਤ ਲੈਂਦਾ ਤੇ ਫਿਰ ਉਸ ਤੋਂ ਬਾਅਦ ਜਿਹੜੀ ਆਪਣੀ ਉਧਰ ਅੰਬੈਸੀ ਹੁੰਦੀ ਆ, ਸਫਾਰਤਖਾਨਾ ਹੁੰਦਾ, ਉਸਨੂੰ ਸੂਚਿਤ ਕੀਤਾ ਜਾਂਦਾ, ਬਕਾਇਦਾ ਇੱਕ ਪ੍ਰੋਟੋਕਾਲ ਫੋਲੋ ਕੀਤਾ ਜਾਂਦਾ ਹੈ। ਤਾਂ ਲਿਹਾਜ਼ਾ ਇਹ ਇੱਕ ਦੋ ਸਵਾਲ ਮਹੱਤਵਪੂਰਨ ਰਹਿਣਗੇ, ਤਾਂ ਦੇਖਦੇ ਆ ਕਿ ਕੀ ਬਣਦਾ। ਪਰ ਹਰਜੋਤ ਬੈਂਸ ਤੇ ਕਾਫੀ ਕਹਿ ਲਓ ਕਿ ਗ੍ਰਹਿ ਇਸ ਵੇਲੇ ਤਿੱਖਾ ਹੋ ਕੇ ਚੱਲ ਰਿਹਾ ਹੈ।
ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉੱਧਰ ਰਾਜਾ ਵੜਿੰਗ ਹੋਣੀ ਇੱਕ ਦਾਅਵਾ ਪੇਸ਼ ਕੀਤਾ ਹੈ ਤੇ ਆਮ ਆਦਮੀ ਪਾਰਟੀ ਨੇ ਮੋੜਵੇਂ ਰੂਪ 'ਚ ਜਵਾਬ ਦਿੱਤਾ ਹੈ। ਕੀ ਹੈ ਸਾਰਾ ਦਾਅਵਾ ਜੀ? ਦੇਖੋ, ਰਾਜਾ ਵੜਿੰਗ ਹੋਰਾਂ ਨੇ ਕਿਹਾ ਕਿ ਬਈ ਇਹਨਾਂ ਦੇ ਜਿਹੜੇ ਆਪਣੇ ਹੈਗੇ ਨੇ ਕੁਝ ਵਿਧਾਇਕ ਜਿਨ੍ਹਾਂ ਨੂੰ ਉਮੀਦ ਆ ਕਿ ਸਾਨੂੰ ਹੁਣ ਟਿਕਟ ਨਹੀਂ ਮਿਲਣੀ, ਉਹ 35-40 ਸਾਡੇ ਸੰਪਰਕ 'ਚ ਆ। ਇੰਨੀ ਗੱਲ ਕਹਿਣ ਦੀ ਦੇਰ ਸੀ, ਜਨਾਬ ਬਲਤੇਜ ਪੰਨੂ ਹੋਰੀ ਉਤੇ ਆ ਗਏ ਤੈਸ਼ ਦੇ ਵਿੱਚ, ਉਤੇ ਆ ਗਏ ਫਾਰਮ ਦੇ ਵਿੱਚ। ਉਹਨਾਂ ਨੇ ਫਿਰ ਤਾਬੜ ਤੋੜ ਹਮਲੇ ਕੀਤੇ ਬਾਈ, ਹਟ ਹਟ ਕੇ ਉਹਨਾਂ ਨੇ ਇਹਨਾਂ ਨੂੰ ਕੋਸਿਆ ਕਿ ਵੇਖੋ ਜੀ, ਗੱਲ ਇਹ ਆ ਕਿ ਤੁਹਾਡੇ ਜਿਹੜੇ ਅਹਿਮ ਸੂਤਰ ਆ ਉਹ ਤੁਹਾਨੂੰ ਨਹੀਂ ਸੱਚ ਦੱਸਦੇ। ਤੁਸੀਂ ਕਹਿੰਦੇ ਹੋ ਕਿ 35-40, ਉਹ ਕਹਿੰਦੇ ਕਿ ਜੀ 35-40 ਤੋਂ ਅਸੀਂ ਉਮੀਦਵਾਰੀ ਐਲਾਨ ਕੇ ਵਿਖਾਓ, ਤੁਹਾਡੇ ਕੋਲ ਇੰਨੀ ਉਮੀਦਵਾਰੀ ਹੈ ਨਹੀਂ, ਬਲਕਿ ਮੁੱਖ ਮੰਤਰੀ ਦੇ ਦਾਅਵੇਦਾਰ ਜ਼ਰੂਰ ਦਰਜਨ ਕੋ ਤੁਰੇ ਫਿਰਦੇ ਆ ਤੁਸੀਂ। ਤਾਂ ਕਾਫੀ ਮਤਲਬ ਕਿ ਕਾੜੀ ਆਲੋਚਨਾ ਕੀਤੀ ਉਹਨਾਂ ਨੇ, ਇਹਨਾਂ ਨੂੰ ਕਾਫੀ ਘੇਰਿਆ ਕਿ ਤੁਸੀਂ ਵੀ ਇਦਾਂ ਕਰਦੇ ਹੋ ਉਦਾਂ ਕਰਦੇ ਹੋ, ਆਪਣਾ ਘਰ ਸੰਭਾਲੋ, ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਆ ਰਹੀ ਆ। ਇਹਦਾ ਮਤਲਬ ਕਿ ਇਹਨਾਂ ਨੇ ਇੱਕ ਦਾਅਵਾ ਵੀ ਕੀਤਾ ਤੇ ਨਾਲ ਉਸ ਦਾਅਵੇ ਨੂੰ ਵੀ ਨਕਾਰਿਆ। ਦੇਖੋ ਗੁਰਪ੍ਰੀਤ, ਆਪਾਂ ਅੱਗੇ ਵਧੀਏ ਕਾਂਗਰਸ ਦੇ ਮਾਮਲੇ 'ਚ ਜੋ ਇਹਨਾਂ ਦਾ ਝਮੇਲਾ, ਦੇਖੋ ਇਹ ਪੋਲੀਟੀਕਲ ਸਟੇਟਮੈਂਟ ਹੈ। ਪ੍ਰਤਾਪ ਸਿੰਘ ਬਾਜਵਾ ਤੇ ਸਰਕਾਰ ਬਣਨ ਨੂੰ ਸਾਰੀ ਕਹਿ ਦੇਣ ਲੱਗੇ ਸੀਗੇ, ਤੁਹਾਨੂੰ ਪਤਾ ਹੀ ਹੈ ਨਾ, ਕਹਿੰਦੇ ਸੀਗੇ ਕਿ ਬਈ ਸਾਡੇ ਸੰਪਰਕ ਦੇ ਵਿੱਚ ਇੰਨੇ ਆ, ਸਾਡੇ ਸੰਪਰਕ ਦੇ ਵਿੱਚ ਇੰਨੇ ਆ। ਉਹ ਤੁਹਾਡੇ ਸੰਪਰਕ ਦੇ ਵਿੱਚ ਹੀ ਰਹਿ ਗਏ। ਦੱਸੋ ਕਿਹੜੀ ਪਾਈਪ ਦੇ ਵਿੱਚ ਫਸ ਗਏ ਕਿ ਜਿਹੜੇ ਸੰਪਰਕ ਚੋਂ ਗਾਂ ਨਿਕਲੇ ਹੀ ਨਹੀਂ। ਬਿਲਕੁਲ ਸਮਝਦੇ ਹੋ ਨਾ ਤੁਸੀਂ? ਹਾਂਜੀ। ਤੋਂ ਅੱਗੇ ਜੇ ਆਪਾਂ ਗੱਲ ਕਰੀਏ ਗੁਰਪ੍ਰੀਤ ਕਿ ਦੇਖੋ ਕੋਈ ਸਮੇਂ ਦੀ ਤਾਂ ਨਹੀਂ ਸ਼ਾਰਟੇਜ ਤੁਹਾਡੇ ਕੋਲ? ਮੈਂ ਉਸੇ ਹਿਸਾਬ ਨਾਲ ਖੁੱਲਾ ਸਮਾਂ ਆਵਾਜ਼ ਨਾ ਰਿਪੀਟ ਕਰਕੇ ਆ ਰਹੀ ਹੈ, ਤਾਂ ਕਰਕੇ ਸੁਣਨ 'ਚ ਕਈ ਵਾਰੀ ਲੱਗ ਰਿਹਾ ਵੀ ਤੁਸੀਂ ਕੰਪਲੀਟ ਕਰ ਚੁੱਕੇ ਹੋ ਗੱਲ। ਕਾਈਂਡਲੀ ਆਵਾਜ਼ ਘੱਟ ਕਰ ਲਿਓ। ਹਾਂਜੀ ਹੁਣ ਦੇਖਿਓ, ਥੋੜਾ ਰਿਪੀਟ ਤੇ ਨਹੀਂ ਹੈ ਜੀ। ਹੁਣ ਠੀਕ ਹੈ ਜੀ, ਬਿਲਕੁਲ। ਚਲੋ ਠੀਕ ਹੈ, ਸਤ ਵਚਨ ਹੈ। ਮੈਂ ਕਹਿ ਰਿਹਾ ਸੀਗਾ ਕਿ ਅਸਲ ਦੇ ਵਿੱਚ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਿ ਉਹ ਰਿਪੀਟ ਹੋ ਰਿਹਾ, ਉਹ ਕਹਿ ਰਿਹਾ ਕਿ ਕਾਂਗਰਸ 35-40 ਐਲਾਨ ਕੇ ਦਿਖਾਵੇ, ਤੇ ਮੈਂ ਕਹਿੰਦਾ ਕਿ ਤੁਸੀਂ ਇਹ ਦਾਅਵਾ ਕਰੋ ਕਿ ਤੁਸੀਂ ਇੱਕ ਵੀ MLA ਦੀ ਟਿਕਟ ਨਹੀਂ ਕੱਟੋਗੇ। ਮੇਰੇ ਕੋਲ ਇਹਨਾਂ ਦੇ ਤਾਜ਼ਾ ਸਰਵੇ ਦੀ ਕਾਪੀ ਆ, ਔਰ ਮੈਂ ਹੀ 1.5-2 ਸਾਲ ਪਹਿਲਾਂ ਕਿਹਾ ਸੀ ਕਿ 35 ਤੋਂ 40 ਟਿਕਟਾਂ ਕੱਟਣਗੇ। ਰਤਨ ਨੂੰ ਉਸੇ ਵਿਵਾਦ 'ਚ ਫਸ ਗਿਆ ਸੀਗਾ ਨਾ, ਕਿਉਂਕਿ ਉਸਨੇ ਬਾਏ ਨੇਮ ਦੱਸ ਦਿੱਤਾ ਸੀਗਾ। ਮੇਰੇ ਕੋਲ ਹੁਣ ਵੀ ਹੈ ਜਿਹੜਾ ਤਾਜ਼ਾ ਤਰੀਨ ਹੈ, ਤਾਂ ਉਹਦੇ ਮੁਤਾਬਕ ਵੀ ਇਹਨਾਂ ਦੀਆਂ ਕਹਿ ਲਓ ਕਿ 2 ਦਰਜਨ ਸੀਟਾਂ ਤੋਂ ਸਥਿਤੀਆਂ ਤੇ ਯਾਨੀ ਕਹਿ ਲਓ ਕਿ ਸੀਟਾਂ ਬਦਲਣੀਆਂ ਜਾਂ ਉਮੀਦਵਾਰ ਕਮਜ਼ੋਰ ਸੰਕੇਤ ਮਿਲ ਰਹੇ। ਤਾਂ ਸਾਡਾ ਅੰਦਾਜ਼ਾ ਅੱਜ ਵੀ ਹੈ ਕਿ ਕੀ ਤੁਸੀਂ ਗਰੰਟੀ ਦਿੰਦੇ ਹੋ ਕਿ ਤੁਸੀਂ ਇੱਕ ਵੀ ਟਿਕਟ ਨਹੀਂ ਕੱਟੋਗੇ ਜੀ? ਤਾਂ ਮਤਲਬ ਹੁਣ ਜਦੋਂ ਟਿਕਟ ਕੱਟੋਗੇ ਰੌਲਾ ਪਾਊਗਾ, ਅਗਲੇ ਕਿੱਧਰ ਜਾਂਦੇ ਕਿੱਧਰ ਨਹੀਂ ਜਾਂਦੇ ਉਹ ਮੈਟਰ ਨਹੀਂ, ਉਹ ਪੰਜਾਬ ਦਾ ਕੋਈ ਮਸਲਾ ਨਹੀਂ ਹੈਗਾ, ਉਹ ਤੁਹਾਡੀਆਂ ਪੋਲੀਟੀਕਲ ਤਨਜ਼ੀਮਾਂ ਦੀ ਲੜਾਈ ਆ। ਪਰ ਕਾਂਗਰਸ ਦੀ ਵੀ ਗੱਲ ਕਰ ਲਈਏ, ਕਾਂਗਰਸ ਵਾਲੇ ਕੀ ਕਰਦੇ ਫਿਰਦੇ ਆ ਜੀ? ਤੁਸੀਂ ਵੇਖੋ ਤੇ ਸਹੀ ਇਹਨਾਂ ਦਾ ਤਮਾਸ਼ਾ ਕੀ ਚੱਲ ਰਿਹਾ। ਅੱਜ ਚੰਨੀ ਦੇ ਮੁੰਡੇ ਨੇ ਰੀਲ ਪਾ ਦਿੱਤੀ ਕਿ ਕੱਲੇ ਦਾ ਹਿਸਾਬ ਲਵਾਂਗੇ, ਤਿਆਰੀ ਸਾਡੀ ਵੱਡੀ ਚੱਲ ਰਹੀ ਹੈ। ਰਾਜਾ ਵੜਿੰਗ ਕਹਿੰਦਾ ਵੀ ਆਪਣਾ ਪੁੱਤਰ ਹੈ ਜੀ, ਕੋਈ ਗੱਲ ਨਹੀਂ, ਪਾ ਲਈਏ ਤੇ ਫਿਰ ਕੀ ਹੋਇਆ। ਇਧਰੋਂ ਬਘੇਲ ਦਾ ਦੌਰਾ ਸ਼ੁਰੂ ਹੋ ਗਿਆ, ਉਹ ਫਿਰ ਇੱਕੋ ਰੱਟ ਤੇ ਆ ਕਿ ਵੇਖੋ ਜੀ ਗੱਲ ਇਹ ਆ ਕਿ ਭਾਈ ਅਸਲ ਦੇ ਵਿੱਚ ਇਹ ਆਲ ਇਜ਼ ਵੈਲ ਹੈ, ਚੰਨੀ ਸਾਹਿਬ ਤੇ ਸਾਰੇ ਇਕੱਠੇ ਦਿਖਾਈ ਦੇਣਗੇ ਜੀ, ਤੇ ਇਦਾਂ ਆ ਕਿ ਵੜਿੰਗ ਸਾਹਿਬ ਹੀ ਪ੍ਰਧਾਨ ਰਹਿਣਗੇ। ਹਾਈ ਕਮਾਨ ਨੂੰ ਚੰਨੀ ਮਿਲ ਚੁੱਕੇ, ਮਤਲਬ ਕਿ ਪਰਨਾਲਾ ਉੱਥੇ ਦਾ ਉੱਥੇ ਆ। ਤੇ ਤੁਸੀਂ ਵੇਖੋ ਇਹਨਾਂ ਦੀ ਆਪਣੀ ਕਾਰਕਰਦਗੀ ਦੇਖੋ, ਛਤਰੀ ਦਾਲ ਵੰਡ ਰਹੇ ਆ। ਚੰਨੀ ਸਾਹਿਬ ਨੇ ਪਿਛਲੇ ਦਿਨੀ ਪੋਸਟਰ ਸ਼ੇਅਰ ਕੀਤਾ ਸੀਗਾ, ਕਿਸੇ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ। ਧਰਨੇ ਇਹ ਅਲੱਗ-ਅਲੱਗ ਲਾ ਰਹੇ ਆ, ਇੱਕੋ ਸ਼ਹਿਰ ਦੇ ਵਿੱਚ ਦੋਵੇਂ ਬੰਦੇ ਅਲੱਗ-ਅਲੱਗ ਜਾ ਰਹੇ, ਦੋਵੇਂ ਲੀਡਰ। ਕੀ ਮੈਸੇਜ ਜਾਂਦਾ? ਤੇ ਤੁਸੀਂ ਵੇਖੋ ਕਿ ਅਰਵਿੰਦ ਕੇਜਰੀਵਾਲ ਨੂੰ ਘੇਰਨ ਦਾ ਮੌਕਾ ਸੀ, ਅਰਵਿੰਦ ਕੇਜਰੀਵਾਲ ਨੂੰ ਇਹ ਘੇਰ ਵੀ ਨਹੀਂ ਸਕੇ। ਕਾਰਨ ਇਹੀ ਆ ਇੱਕ ਵੱਡੇ ਨੇਤਾ ਦਾ ਪੇਜ ਸਾਂਭ ਰਹੇ ਇੱਕ ਤੁਹਾਡੇ ਵਰਗੇ ਤਕਨੀਕੀ ਐਕਸਪਰਟ ਨੇ ਮੈਨੂੰ ਬਕਾਇਦਾ ਫੋਨ ਕੀਤਾ ਜੀ। ਮੈਂ ਜੋ ਮਨਮੋਹਨ ਸਿੰਘ ਹੋਰਾਂ ਤੇ ਲਿਖਿਆ ਸੀਗਾ, ਜੋ ਕਾਂਗਰਸ ਤੇ ਲਿਖਿਆ, ਤਾਂ ਉਹਨਾਂ ਨੇ ਕਿਹਾ ਕਿ ਵੀਰੇ ਮੈਂ ਤੁਹਾਡੇ ਆਰਟੀਕਲ ਤੋਂ ਬਾਅਦ ਆਪਦੇ ਨੇਤਾ ਨੂੰ ਕਿਹਾ ਕਿ ਸਾਨੂੰ ਪਾਉਣਾ ਚਾਹੀਦਾ ਹੈ ਜੀ, ਅਸੀਂ ਕੇਜਰੀਵਾਲ ਨੂੰ ਬਹੁਤ ਕਸੂਤਾ ਘੇਰ ਸਕਦੇ ਹਾਂ। ਤਾਂ ਉਸ ਮੁੰਡੇ ਦੇ ਅਨੁਸਾਰ ਕਹਿੰਦੇ ਜੀ ਉਹਨਾਂ ਨੇ ਗੋਲੇ ਹੀ ਨਹੀਂ
ਲਓ ਤੁਸੀਂ ਇੱਕ ਕਮਾਲ ਦੇਖੋ ਨਾ, ਇੱਕ ਦੂਜੇ ਨੂੰ ਨਿਸ਼ਾਨੇ ਤੇ ਲੈਣ ਲਈ। ਅੱਛਾ, ਸ਼ੇਰ ਸਿੰਘ ਘਬਾਇਆ ਨੇ ਰਾਜਾ ਵੜਿੰਗ ਬਾਰੇ ਬੋਲ ਦਿੱਤਾ, ਰਾਜਾ ਜੀ ਵੜਿੰਗ ਦੇ ਪੁਤਲੇ ਫੂਕ ਰਹੇ ਨੇ ਬਿਲਕੁਲ ਕਾਂਗਰਸੀ। ਅੱਛਾ, ਫਰੀਦਕੋਟ ਚੰਨੀ ਆ ਗਏ ਤੇ ਕਿੱਕੀ ਢਿੱਲੋਂ ਨੇ ਉਹਨਾਂ ਦਾ ਸਵਾਗਤ ਕਰ ਦਿੱਤਾ। ਕਿੱਕੀ ਢਿੱਲੋਂ ਦੀ ਸ਼ਿਕਾਇਤ ਰਾਜਾ ਵੜਿੰਗ ਦੇ ਖਾਸਮ ਖਾਸ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਉਹਨੇ ਕਰ ਦਿੱਤੀ ਹਾਈਕਮਾਨ, ਜੀ ਚੰਨੀ ਦੀ ਸ਼ਿਕਾਇਤ ਕਰ ਦਿੱਤੀ। ਮਤਲਬ ਵੇਖੋ ਕੀ ਫਸਵੀਂ ਗੇਮ ਖੇਡ ਰਹੇ ਨੇ, ਤਿਲਕਵੀਂ ਗੇਮ ਖੇਡ ਰਹੇ ਨੇ। ਗਾਂ ਰਾਹੁਲ ਗਾਂਧੀ ਨੇ ਹੁਣ, ਔਰ ਇਹਨਾਂ ਦੇ ਕੋਲ ਇੱਕ ਚਮਤਕਾਰੀ ਇਸ ਵੇਲੇ ਸ਼ਖਸੀਅਤ ਹੈ ਗੁਰਪ੍ਰੀਤ, ਮੇਰੇ ਖਿਆਲ ਦੇ ਨਾਲ ਤੁਸੀਂ ਵੀ ਕਿਤੇ ਨਾ ਕਿਤੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਕਿ ਜੇ ਹੁਣ ਵੀ ਇਹਨਾਂ ਤੋਂ ਰਾਹੁਲ ਗਾਂਧੀ ਦਾ ਫਾਇਦਾ ਨਹੀਂ ਚੁੱਕਿਆ ਜਾਂਦਾ, ਜਿਸ ਦੌਰ ਦੇ ਵਿੱਚ ਜਿਹੜੇ ਲੋਕ ਕਾਂਗਰਸ ਨੂੰ ਨਫ਼ਰਤ ਕਰਦੇ ਸੀ ਕਦੇ, ਉਹ ਵੀ ਕਹਿੰਦੇ ਕਿ ਯਾਰ ਰਾਹੁਲ ਗਾਂਧੀ ਬਹੁਤ ਅੱਛਾ ਨੇਤਾ ਬਣ ਗਿਆ। ਜੀ ਇਹ ਮੈਂ ਬਹੁਤ ਸਾਰੇ ਬੰਦਿਆਂ ਤੋਂ ਸੁਣਿਆ ਜਿਹੜੇ ਕਾਂਗਰਸ ਨੂੰ ਨਾ ਪਸੰਦ ਕਰਦੇ ਰਹੇ ਨੇ ਤਾਂ ਜ਼ਿੰਦਗੀ, ਬਿਲਕੁਲ ਤਾਂ ਉਹ ਵੀ ਕਹਿੰਦੇ ਕਿ ਯਾਰ ਰਾਹੁਲ ਗਾਂਧੀ ਅੱਜ ਬਿਲਕੁਲ ਸਹੀ ਟਰੈਕ ਤੇ ਆ। ਤਾਂ ਉਸ ਰਾਹੁਲ ਗਾਂਧੀ ਦਾ ਜੇ ਅੱਜ ਦੀ ਸਿਚੁਏਸ਼ਨ 'ਚ ਵੀ ਇਹ ਫਾਇਦਾ ਨਹੀਂ ਚੁੱਕ ਸਕਦੇ, ਤੇ ਫਿਰ ਇਹਨਾਂ ਨੂੰ ਕੀ ਕਹੋਗੇ? ਫਿਰ ਇਹ ਪੰਜਾਬ ਕੀ ਸੰਭਾਲ ਸਕਦੇ ਨੇ? ਬਹੁਤ ਸਾਰੇ ਮੇਰੇ ਮਿੱਤਰ ਨੇ ਉੱਚ ਕੋਟੀ ਦੇ ਜਿਹੜੇ ਕਾਂਗਰਸ 'ਚ ਨੇਤਾ, ਮੈਂ ਇਹਨਾਂ ਨੂੰ, ਮੈਨੂੰ ਫੋਨ ਕਰ ਲੈਣ, ਮੈਂ ਤਾਂ ਇਹਨਾਂ ਨੂੰ ਫੋਨ ਤੇ ਵੀ ਲਾਹਣਤਾਂ ਪਾ ਦਿੰਦਾ, ਜੀ ਮੈਂ ਤਾਂ ਇਹਨਾਂ ਨੂੰ ਨਹੀਂ ਟਲਦਾ। ਸੋ ਗੱਲ ਇਹ ਆ ਕਿ ਇਹਨਾਂ ਨੇ ਆਪਣੀ ਲੜਾਈ ਦੇ ਵਿੱਚ ਆਪਦੀ ਤਬਾਹੀ ਜਿਹੜੀ ਆ ਉਹ ਲਿਖ ਲਈ ਆ। ਅੱਜ ਵੀ ਸਾਰਾ ਦਿਨ ਆਈਓ ਕੁਝ ਚੱਲਿਆ, ਵਕੀਲ ਦਾ ਵਿਜ਼ਿਟ ਆ, ਹੁਣ 8-9 ਦਿਨ ਇੱਥੇ ਰਹਿਣਾ। ਤੇ ਮੈਂ ਅੱਗੇ ਕਹਿੰਦਾ ਹੁੰਦਾ ਕਿ ਜਿਵੇਂ ਸਾਡੀ ਦਾਦੀ ਜਾਂ ਨਾਨੀ ਬਾਤਾਂ ਸੁਣਾਉਂਦੀ ਹੁੰਦੀ ਸੀ, ਹੁਣ ਤੇ ਉਹ ਦੌਰ ਖਤਮ ਹੋ ਗਏ ਨੇ। ਉਦੋਂ ਕਿਹੜੇ ਏਸੀ ਤੇ ਕਿਹੜੇ ਪੱਖੇ, ਤੇ ਸਾਡੇ ਵਰਗੇ ਛੱਤਾਂ ਤੇ ਪੈਂਦੇ ਸਨ ਛੋਟੇ ਹੁੰਦੇ ਗਰਮੀ ਵਿੱਚ, ਮੰਜੇ ਢਾ ਕੇ ਕੱਚਿਆਂ ਕੋਠਿਆਂ ਤੇ ਉਦੋਂ ਫਿਰ ਗਰਮੀ ਹੁੰਦੀ ਸੀ ਤੇ ਸਾਨੂੰ ਬਾਤਾਂ ਪਾਉਂਦੇ ਹੁੰਦੇ ਸਨ। ਤੇ ਉਹ ਕੀ ਹੁੰਦਾ ਕਿ ਸਾਡੀ ਅੱਖ ਲੱਗ ਜਾਂਦੀ, ਤਾਂ ਫਿਰ ਅਗਲੇ ਦਿਨ ਉੱਥੋਂ ਹੀ ਕਹਿਣਾ ਕਿ ਦਾਦੀ ਇੱਥੋਂ ਤੱਕ ਤੇ ਸੁਣੀ ਆ, ਇੱਥੋਂ ਗਾਂ ਸੁਣਾ। ਤਾਂ ਬਸ ਇਹੋ ਗੱਲ ਆ, ਇਹ ਅੱਜ ਜਿੰਨੀ ਕੁ ਸੁਣਾ ਚੱਲੇ ਆ, ਆਡੀਅנס ਨੂੰ ਕਹਿੰਦੇ ਕਿ ਕੱਲ ਨੂੰ ਤੁਸੀਂ ਸਾਨੂੰ ਫੇਰ ਕਹਿ ਦਿਓ ਕਿ ਅੱਜ ਕਾਂਗਰਸ ਦੀ ਉੱਥੋਂ ਗਾਂ ਸੁਣਾ ਦਿਓ, ਅਸੀਂ ਫੇਰ ਸੁਣਾ ਦਿਆਂਗੇ ਕੱਲ ਨੂੰ, ਤੁਰੇ ਫਿਰੋ। ਬਿਲਕੁਲ ਜੀ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਘਿਰਾਓ ਲਈ ਪਹੁੰਚੇ ਅਧਿਆਪਕ ਹਿਰਾਸਤ ਦੇ ਵਿੱਚ ਲੈ ਲਏ ਗਏ। ਅੱਜ ਖੂਬ ਉੱਥੇ ਲਾਠੀ ਚੱਲਦੀ ਹੋਈ ਦਿਖੀ ਹੈ ਲਗਾਤਾਰ। ਦੇਖੋ, ਹਰਾ ਪੈਨ ਤੇ ਨਹੀਂ ਚੱਲਦਾ ਨਾ, ਉਹ ਅੱਜ ਕੱਲ ਡਾਂਗ ਹੀ ਚੱਲਦੀ ਆ। ਬਿਲਕੁਲ ਇਹਨਾਂ ਦੇ ਵਿੱਚ ਤੇ ਇਸ ਵੇਲੇ ਜੇ ਵੇਖੀਏ ਤੇ ਕਿਸੇ ਤਾਨਾਸ਼ਾਹ ਦੀ ਰੂਹ ਆ ਗਈ ਆ। ਜੀ ਤੁਸੀਂ ਵੇਖੋ ਕਿ 200 ਕਿਲੋਮੀਟਰ, 150 ਕਿਲੋਮੀਟਰ ਬੈਠੇ ਅਧਿਆਪਕ ਨੇਤਾਵਾਂ ਨੂੰ ਡਿਟੇਨ ਕਰ ਲੈਂਦੇ ਨੇ, ਜਾ ਕੇ ਘਰਾਂ 'ਚ ਨਜ਼ਰਬੰਦ ਕਰ ਦਿੰਦੇ ਆ। ਤੇਰੇ ਪਿਆਰ ਦੇ ਜੁਰਮ ਵਿੱਚ ਮਾਪਿਆਂ ਨੇ ਘਰ 'ਚ ਬਣਾਤੀ ਜੇਲ੍ਹ, ਵੇ ਇਹ ਘਰ 'ਚ ਹੀ ਜੇਲ੍ਹ ਬਣਾ ਦਿੰਦੇ ਆ। ਤੇ ਜਿਹੜੇ ਮੁੱਖ ਮੰਤਰੀ ਸਾਹਿਬ ਆ, ਉਹ ਉੱਠਦੇ ਆ 9-10 ਵਜੇ, ਉੱਠ ਕੇ ਕਹਿੰਦੇ ਗੁੱਡ ਮਾਰਨਿੰਗ ਰੰਗਲੇ ਪੰਜਾਬ ਦੇ ਨਿਵਾਸੀਓ, ਮੈਂ ਤੁਹਾਡਾ ਆਪਣਾ ਲੈਫਟਨ ਸ਼ਾਨੇ ਸਤਾਜ, ਬੜੀ ਬੜੀ ਗੁੱਡ ਮਾਰਨਿੰਗ, ਕਿਵੇਂ ਹੋ ਪੰਜਾਬੀਓ, ਜਿਉਂਦੇ ਵਾਸਤੇ ਰਹੋ। ਅਧਿਆਪਕਾਂ ਨੂੰ ਫੁਣ ਕੇ ਕਹਿੰਦੇ ਤੁਸੀਂ ਤੜੇ ਰਹੋ, ਘਰ 'ਚ ਬੜੇ ਰਹੋ, ਪਕੌੜੇ ਖਾਓ, ਸੌਣ ਮਨਾਓ, ਬੱਚਿਆਂ ਨਾਲ ਖੇਡੋ, ਬੀਵੀ ਨਾਲ ਘੁੰਮੋ, ਘਰ ਘਰ 'ਚ। ਭਾਈ ਜੇ ਤੁਹਾਡੇ ਕੋਲ ਥੋੜਾ ਡਾਟਾ ਹੈਗਾ, ਮੋਬਾਈਲ ਤੇ ਮੇਰਾ ਭਾਸ਼ਣ ਸੁਣੋ, ਮੈਂ ਆਜ਼ਾਦੀ ਦੀਆਂ ਗੱਲਾਂ ਕਰੂੰ, ਮੈਂ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾऊं, ਮੈਂ ਉੱਥੇ 4 ਲਤੀਫੇ ਸੁੱਟੂੰ। ਪਰ ਸਰ ਆਹ ਹਾਲ ਹੈ, ਆਹ ਹਾਲ ਹੈ। ਤਾਂ ਉੱਥੇ ਗਏ ਨੇ ਕੰਪਿਊਟਰ ਅਧਿਆਪਕ, ਇਹਨਾਂ ਦਾ ਸਿੰਬੋਲਿਕਲੀ ਕਹਿ ਲਓ ਕਿ ਧਰਨਾ ਸੀਗਾ, ਇਹਨਾਂ ਨੂੰ ਕੁੱਟਿਆ ਗਿਆ, ਇਹਨਾਂ ਨੂੰ ਜੇਲੀ ਡੱਕਿਆ ਗਿਆ, ਉਹ ਸਾਰਾ ਕੁਝ ਕਰਦੇ ਪਏ ਨੇ ਜਿਹੜਾ ਉੱਥੇ ਹੁੰਦਾ ਦਿੱਲੀ ਦੇ ਵਿੱਚ, ਤੇ ਉਹਦਾ ਇਹ ਵਿਰੋਧ ਕਰਦੇ ਆ। ਇਸ ਵੇਲੇ ਸਥਿਤੀ ਇਹ ਆ ਕਿ ਅਰਵਿੰਦ ਕੇਜਰੀਵਾਲ ਦਾ ਸ਼ਾਇਦ ਵਿਜ਼ਿਟ ਟਲ ਗਿਆ ਹੈ ਗੁਰਪ੍ਰੀਤ, ਤੇ ਤਾਜ਼ਾ ਖਬਰ ਆ ਰਹੀ, ਹਾਲਾਂਕਿ ਪੁਸ਼ਟੀ ਨਹੀਂ ਅਧਿਕਾਰਤ ਤੌਰ ਤੇ ਮੇਰੇ ਕੋਲ, ਪਰ ਇਦਾਂ ਜਾਪ ਰਿਹਾ, ਸੁਣਨ ਦੇ ਵਿੱਚ ਆ ਰਿਹਾ ਕਿ ਅਰਵਿੰਦ ਕੇਜਰੀਵਾਲ ਇਸ ਸਾਰੀ ਸਥਿਤੀ ਤੋਂ ਇੰਨਾ ਡਰੇ ਹੋਏ ਆ ਕਿ ਅਸਤੀਫੇ ਮੰਗੇ ਜਾ ਰਹੇ ਆ, ਇਹਨਾਂ ਦੇ ਖਿਲਾਫ ਮੁਲਾਜ਼ਮ ਵਰਗ ਦਾ ਰੋਹ ਹੈ ਵੀ ਮਤਲਬ ਕਿ ਇਹਨਾਂ ਨੇ ਰੌਂ ਹੀ ਆਪਦਾ ਬਦਲਿਆ ਹੈ ਕਿ ਬਈ ਕਿਤੇ ਕਸੂਤੇ ਨਾ ਫਸ ਜਾਈਏ। ਤਾਂ ਗੱਲ ਇਹ ਆ ਕਿ ਗੁਰਪ੍ਰੀਤ, ਇਹਨਾਂ ਨੇ ਉਹ ਕਰ ਵਿਖਾਈਆਂ ਜਿਹੜੀਆਂ ਸ਼ਾਇਦ ਆਪਾਂ ਚਿਤਵੀਆਂ ਨਹੀਂ ਸੀ, ਜਿਹੜੀਆਂ ਆਪਾਂ ਸ਼ਾਇਦ ਤਸਵਰ ਵੀ ਨਹੀਂ ਸੀ ਕੀਤਾ। ਤਾਂ ਬਈ ਹੁਣ ਤੁਸੀਂ ਇਹ ਵੇਖੋ ਕਿ ਇਸ ਦੌਰ ਦੇ ਵਿੱਚ ਤੇ ਸਰਕਾਰਾਂ ਪੱਕੇ ਕਰਦੀਆਂ ਨੇ, ਮੁਲਾਜ਼ਮਾਂ ਨੂੰ ਛਾਤੀ ਨਾਲ ਲਾਉਂਦੀਆਂ ਨੇ, ਸਫਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਹੱਲ ਕਰਦੀਆਂ ਨੇ, ਕਿਸਾਨਾਂ ਨੂੰ ਟੇਬਲ ਟਾਕ ਲਈ ਬੁਲਾਉਂਦੀਆਂ ਨੇ ਕਿ ਦੱਸੋ ਭਾਈ
ਐਤਕੀ ਆ ਕੁਛ ਨਹੀਂ ਕਰ ਸਕੇ, ਕੋਈ ਗੱਲ ਨਹੀਂ, ਇੰਨਾ ਕੁ ਸਾਡਾ ਪ੍ਰਵਾਨ ਕਰੋ, ਤਿਲ ਫੁੱਲ ਆ ਬਕਾਏ ਸ਼ਿਕਾਏ ਜੋ ਵੀ ਹੈ, ਕੋਈ ਨਹੀਂ, ਬਣਾਓ ਸਰਕਾਰ ਸਾਡੀ ਤਗੜੇ ਹੋ ਕੇ। ਬਿਲਕੁਲ ਪੱਤਰਕਾਰਾਂ ਨੂੰ ਵੀ ਕਹਿ ਸਕਦੇ ਆ ਕਿ ਕੋਈ ਗੱਲ ਨਹੀਂ ਵੀਰੇ, ਕੁਝ ਗਲਤੀਆਂ ਸਾਡੇ ਤੋਂ ਹੋ ਗਈਆਂ ਹੋਣਗੀਆਂ, ਕੁਝ ਤੁਹਾਡੇ ਤੋਂ ਹੋ ਗਈਆਂ ਹੋਣਗੀਆਂ, ਕੋਈ ਗੱਲ ਨਹੀਂ, ਕਿਆ ਬੋਲਿਆ ਮਾਫ ਕਰਿਓ, ਕੋਈ ਗੱਲ ਨਹੀਂ, ਆਪਾਂ ਗਾਂ ਵਧੀਆ ਚੱਲਣ ਦਾ ਕੋਸ਼ਿਸ਼ ਯਤਨ ਕਰਾਂਗੇ। ਯਾਰ ਇਹ ਚੀਜ਼ਾਂ ਨੂੰ ਠੀਕ ਕੀਤਾ ਜਾ ਸਕਦਾ। ਔਰ ਇਹਨਾਂ ਦੇ ਦੌਰ 'ਚ ਮੈਂ ਅੱਗੇ ਕਹਿਣਾ ਹੁੰਦਾ, ਮੈਂ 2-3 ਸਰਕਾਰਾਂ ਹੁਣ ਦੇਖ ਲਈਆਂ ਆਪਦੇ ਕੈਰੀਅਰ 'ਚ, 1 2 3 4। ਤਾਂ ਗੱਲ ਇਹ ਆ ਕਿ ਬਈ ਇਹਨਾਂ ਸਾਲਾਂ ਦੇ ਦੌਰਾਨ ਜਿੰਨਾ ਮੇਰਾ ਕੈਰੀਅਰ ਹੈ, ਕਿ ਮੈਂ ਇੰਨੀ ਸੰਵਾਦ ਦੀ ਕਮੀ ਨਹੀਂ ਕਦੇ ਵੇਖੀ। ਇਹ ਤਾਂ ਕੁੱਟ ਜੀ ਦਿੰਦੇ ਨੇ, ਬਿਲਕੁਲ ਕੁੱਟ ਅੱਗੇ ਵੀ ਪੈਂਦੀ ਸੀ, ਕਾਲੀਆਂ ਦੇ ਰਾਜ 'ਚ ਵੀ ਬੜੀ ਡਾਂਗ ਚੱਲਦੀ ਸੀ, ਪਰ ਉਹਦੇ ਜੀ ਨਾਲ ਨਾਲ ਨਾ ਗੁਰਪ੍ਰੀਤ ਇੱਕ ਸੰਵਾਦ ਚੱਲਦਾ ਰਹਿੰਦਾ ਸੀ। ਨਾਇਬ ਬਿਲਕੁਲ ਤਹਿਸੀਲਦਾਰ ਐਸਡੀਐਮ ਉੱਥੇ ਮੰਗ ਪੱਤਰ ਦੇ ਲਿਆ, ਡੀਸੀ ਨੂੰ ਮਿਲਣਾ, ਸੈਕਟਰੀ ਪੱਧਰ ਦੀ ਮੀਟਿੰਗ ਹੋ ਗਈ, ਮੰਤਰੀ ਪੱਧਰ ਦੀ ਮੀਟਿੰਗ ਹੋ ਗਈ, ਮੁੱਖ ਮੰਤਰੀ ਨੂੰ ਟਾਈਮ ਲੈਣ ਦੀ ਗੁਹਾਰ ਲਾਈ, ਮੁੱਖ ਮੰਤਰੀ ਨੇ ਟਾਈਮ ਦੇ ਦਿੱਤਾ। ਮਤਲਬ ਕਿ ਨਾਲੋਂ ਨਾਲ ਉਹ ਗੁੱਸਾ ਰਿਲੀਜ਼ ਕਰਵਾਉਂਦੇ ਰਹਿੰਦੇ ਸੀ ਕਿ ਯਾਰ ਕੋਈ ਨਹੀਂ, ਬਿਲਕੁਲ ਸਰਕਾਰ ਸਾਡੇ ਨਾਲ ਸੰਵਾਦ ਦੇ ਵਿੱਚ ਹੈ, ਜੀ ਭਰੋਸਾ ਦੇ ਰਹੀ ਹੈ। ਮਤਲਬ ਕਿ ਇਹ ਚੀਜ਼ਾਂ ਮੈਂ ਪਹਿਲੀ ਵਾਰੀ ਦੇਖ ਰਿਹਾ, ਬਿਲਕੁਲ ਮੁੱਖ ਮੰਤਰੀ ਆਊਟ ਆਫ ਰੀਚ ਹੈ, ਜੀ ਐਮਐਲਏ ਜਿਹੜੇ ਉਹ ਡਰਦੇ ਨਹੀਂ, ਅਗਾਂਹ ਹੋ ਰਹੇ ਕਿ ਅਸੀਂ ਕੋਈ ਗੱਲ ਦੀ ਸ਼ਾਦੀ ਭਰ ਦਈਏ, ਉਹ ਮੁੜ ਕੇ ਦੇਣੀ ਆ ਜਾਊਗੀ, ਪਿੰਡਾਂ 'ਚ ਵੜਨਾ ਔਖਾ ਹੋ ਜਾਊਗਾ। ਮੰਤਰੀ ਜਿਹੜੇ ਆ, ਮੰਤਰੀਆਂ ਦੇ ਪੱਲੇ ਹੀ ਕੱਖ ਨਹੀਂ ਹੈਗਾ ਸਰ, ਜੀ ਮਾਫ ਕਰਨਾ, ਕੁਝ ਮੇਰੇ ਦੋਸਤ ਵੀ ਹੈ ਮੰਤਰੀ, ਪਰ ਉਹਨਾਂ ਦੇ ਪੱਲੇ ਹੀ ਕੁਛ ਨਹੀਂ ਹੈਗਾ, ਕੀ ਕਰੋਗੇ? ਦੋਸਤ ਨੂੰ ਮੈਂ ਦੱਸੋ ਕੀ ਰਗੜ ਕੇ ਫੋੜੇ ਤੇ ਲਾਉਣਾ, ਜੇ ਉਹ ਨਾ ਪੰਜਾਬ ਦੇ ਕੰਮ ਆਏਗਾ, ਨਾ ਮੇਰੇ ਕੰਮ ਆਏਗਾ, ਨਾ ਮੇਰੇ ਪਿੰਡ ਦੇ ਕੰਮ ਆਏਗਾ, ਦੱਸੋ? ਕਿਉਂਕਿ ਬਿਲਕੁਲ ਉਹਨਾਂ ਦੇ ਪੱਲੇ ਹੀ ਹੈ। ਜਦੋਂ ਉਹਨਾਂ ਦੇ ਕੋਲ ਬਈ ਉਹ ਕਹਿੰਦੇ ਵੀ ਚਾਹ ਕਾਫੀ ਪੀ ਲਾ ਮਿੰਟੂ, ਬਸ ਜਾ ਬਾਕੀ ਆਪਦਾ, ਹੋਰ ਕੀ ਆ। ਤਾਂ ਗੱਲ ਇਹ ਆ ਕਿ ਭਾਈ ਹੁਣ ਆ ਸਿਚੁਏਸ਼ਨ ਆ ਕਿ ਸੰਵਾਦ ਜਿਹੜਾ ਹੈ ਨਾ ਬੜਾ ਜ਼ਰੂਰੀ ਆ। ਹਾਂ, ਮੈਂ ਮੰਨ ਸਕਦਾ ਕਿ ਹਰ ਇੱਕ ਮੰਗ ਇਸ ਵੇਲੇ ਨਹੀਂ ਮੰਨ ਸਕਦੀ ਸਰਕਾਰ, ਬਿਲਕੁਲ ਇਹ ਬਿਲਕੁਲ ਪੰਜਾਬ ਦੀ ਆਰਥਿਕਤਾ ਦਾ ਵੀ ਮਸਲਾ ਹੈ। ਤਾਂ ਪਰ ਠੀਕ ਹੈ, ਕੁਝ ਨਾ ਕੁਝ ਮੰਨਿਆ ਜਾਵੇ, ਕੁਝ ਨਾ ਕੁਝ ਭਰੋਸਾ ਬੰਨਿਆ ਜਾਵੇ, ਇਹਦੇ ਨਾਲ ਥੋੜਾ ਪੰਜਾਬ ਦੇ ਵਿੱਚ ਮਾਹੌਲ ਵਧੀਆ ਹੋਵੇ, ਕਸ਼ੀਦਗੀ ਘਟੇ। ਇਹ ਤਾਂ ਕੁੱਟ ਦਿੰਦੇ ਨੇ, ਇਹ ਤੇ ਐ ਛਲੀਆਂ ਵਾਂਗੂ, ਬਸ ਜਿਹੜਾ ਅੱਗੇ ਆਉਂਦਾ ਉਹਨੂੰ ਚੰਬ ਦਿੰਦੇ ਆ। ਕਿੰਨੀ ਕੁ ਦੇਰ ਚੱਲੇਗਾ? 4 ਮਹੀਨੇ ਆ, ਉਦੋਂ ਬਾਅਦ ਕਿੱਧਰ ਜਾਓਗੇ? ਲੱਲਾ ਪਿੰਡਾਂ 'ਚ ਵੜੋਗੇ ਤਾਂ ਬਿਖਰ ਜਾਓਗੇ, ਤੁਹਾਨੂੰ ਚੱਪਲੀਆਂ ਮਾਰਨਗੇ ਚਲਾਵੀਆਂ। ਅੱਜ ਵਾਲੀਆਂ ਗੱਲਾਂ ਉਹ ਹੁਣ ਪੁਰਾਣੀਆਂ ਗੱਲਾਂ ਨਹੀਂ ਜੇ ਹੈਗੀਆਂ ਕਿ ਲੋਕ ਭੁੱਲ ਜਾਂਦੇ ਛੇਤੀ, ਜੀ ਤਾਂ ਫਿਰ ਤੁਸੀਂ ਕਹੋਗੇ ਕਿ ਇਦਾਂ ਹੈ ਉਦਾਂ ਹੈ, ਤਾਂ ਬਹੁਤ ਮਾੜੀ ਗੱਲ ਹੈ। ਹਰ ਵਰਗ ਨੂੰ, ਹਰ ਜਮਾਤ ਨੂੰ, ਹਰ ਜਥੇਬੰਦੀ ਨੂੰ ਕਿਤੇ ਅੱਗੋਂ ਟੁੱਟ ਕੇ ਪੈ ਜਾਂਦੇ ਬਸ। ਬਿਲਕੁਲ ਐਂ ਹੀ ਚੱਲੀ ਆਉਂਦਾ ਕੰਮ ਧੱਕੇ ਦੇ ਨਾਲ। ਖੈਰ ਇਸੇ ਮਾਮਲੇ ਦੇ ਵਿੱਚ ਅਗਲੀ ਗੱਲ ਵੀ ਇਹਦੇ ਨਾਲ ਹੀ ਜਾ ਜੁੜਦੀ ਹੈ। ਪੇਪਰ ਲੀਕ ਮਾਮਲੇ ਦੇ ਵਿੱਚ ਵੀ ਰਾਜ ਪੱਧਰੀ ਧਰਨੇ ਸ਼ੁਰੂ ਹੋ ਗਏ ਨੇ। ਫਰੀਦਕੋਟ ਉਧਰ ਯੂਨੀਵਰਸਿਟੀ ਦੇ ਬਾਹਰ ਵੀ ਧਰਨਾ ਲਾਤਾ ਸ਼ਾਇਦ ਬੱਚਿਆਂ ਨੇ ਪੱਕਾ। ਦੇਖੋ ਬਿਲਕੁਲ, ਆਪਾਂ ਵੇਖੀਏ ਤਾਂ 4 ਅਗਸਤ ਨੂੰ ਰਾਜ ਪੱਧਰੀ ਪ੍ਰਦਰਸ਼ਨ ਕੀਤਾ ਜਾਣਾ। ਪੀਐਸਯੂ ਦਾ ਦਾਵਾ ਵੀ ਹੈ ਕਿ ਇਹ ਨਕਲ ਨਹੀਂ ਹੋਈ, ਬਲਕਿ ਸਾਰਾ ਪੇਪਰ ਲੀਕ ਹੋਇਆ। ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਧਾਂਦਲੀ ਦਾ ਦੋਸ਼ ਹੈ। ਦੇਖੋ ਮੈਂ ਅੱਗੇ ਵੀ ਇਹ ਗੁਰਪ੍ਰੀਤ ਮਾਮਲਾ ਚੁੱਕਿਆ ਸੀਗਾ, ਫਰੀਦਕੋਟ ਕੋਈ ਸਾਡੇ ਤੋਂ ਬਹੁਤਾ ਦੂਰ ਨਹੀਂ। ਮੈਨੂੰ ਇੱਕ ਬੱਚੇ ਨੇ ਦੱਸਿਆ ਕਿ ਜਿਹੜਾ ਅਸਲ ਦੋਸ਼ੀ ਹੈ ਉਹ ਇੱਕ ਮਤਲਬ ਕਿ ਅਫੀਸਰ ਲਾ ਲਓ ਕਿਸੇ ਪੋਸਟ ਤੇ, ਪ੍ਰਿੰਸੀਪਲ, ਉਸ ਨੇ ਸਪੈਸ਼ਲ ਬੰਦਿਆਂ ਦੀ ਡਿਊਟੀ ਲਵਾਈ, ਬਸ ਉਹਨੂੰ ਫੜ ਲਓ ਤੇ ਮਸਲਾ ਹੱਲ ਹੋ ਜਾਏਗਾ। ਪਰ ਇਹ ਕਦੇ ਕਿਸੇ ਕੰਪਿਊਟਰ ਸੰਚਾਲਕ ਨੂੰ ਫੜ ਲੈਂਦੇ ਆ, ਕਿਸੇ ਸੋਲਵਰ ਨੂੰ ਫੜ ਲੈਂਦੇ ਆ, ਕਦੇ ਕਿਸੇ ਨੂੰ ਫੜ ਲੈਂਦੇ ਆ। ਭਾਈ ਮੈਂ ਕਹਿੰਦਾ ਕਿ ਇਹੋ ਜਿਹੇ ਬੰਦਿਆਂ ਨੂੰ ਜੇ ਤੁਸੀਂ ਪਕੜਿਆ ਹੁੰਦਾ, ਜਾਂਚ ਪੜਤਾਲ ਤੋਰੀ ਹੁੰਦੀ, ਤਾਂ ਅੱਜ ਇੱਥੋਂ ਤੱਕ ਨੌਬਤ ਨਾ ਆਉਂਦੀ। ਤਾਂ ਮੈਨੂੰ ਲੱਗਦਾ ਹੈ ਕਿ ਹਰਜੋਤ ਬੈਂਸ ਜਾਵੇ ਨਾ ਜਾਵੇ, ਡਾਕਟਰ ਬਲਵੀਰ ਜ਼ਰੂਰ ਫਸ ਜਾਣਗੇ, ਕਿਉਂਕਿ ਡਾਕਟਰ ਬਲਵੀਰ ਵਿਰੁੱਧ ਮੈਂ ਤੁਹਾਨੂੰ ਅੱਗੇ ਕਿਹਾ ਸੀਗਾ ਕਿ ਇਹਨਾਂ ਦੀ ਸੀਟ ਬਦਲਣ ਵਾਸਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਇੱਕ ਕਾਰੋਬਾਰੀ ਨੂੰ ਇਹਨਾਂ ਵਾਲੀ ਸੀਟ ਦੇਣ ਦੀ ਗੱਲ ਚੱਲਦੀ ਹੈ ਪਟਿਆਲਾ ਦੇ ਹੱਥੀ। ਹਾਲੇ ਮੈਂ ਰਿਵੀਲ ਨਹੀਂ ਕਰੂੰ, ਸ਼ਾਇਦ ਮੈਂ ਕਿਤੇ ਰਿਵੀਲ ਵੀ ਕੀਤਾ ਹੋਵੇ, ਪਰ ਇਹ ਅੜੇ ਹੋਇਆ। ਇਹਨਾਂ ਨੂੰ ਇਹਨਾਂ ਦੇ ਜੱਦੀ ਪਿੰਡ ਵਾਲੀ ਸੀਟ ਤੇ ਭੇਜਿਆ ਜਾ ਰਿਹਾ ਕਿ ਤੁਸੀਂ ਉੱਥੇ ਚਲੇ ਜਾਓ, ਇਹ ਛੱਡ ਕੇ ਨਹੀਂ ਜਾਣਾ ਜੱਦੀ ਇਹਨਾਂ ਦਾ। ਇਹਨਾਂ ਦਾ ਤੁਹਾਡੇ ਇੱਧਰ ਦੁਆਬੇ 'ਚ ਹੀ ਹੈ ਜੱਦੀ ਪਿੰਡ ਇਹਨਾਂ ਦਾ। ਅੱਛਾ ਜੀ, ਹਾਂਜੀ, ਇਧਰਲੀ ਸਾਈਡ ਹੀ ਆ, ਪੱਕਾ ਮੈਂ ਤੁਹਾਨੂੰ ਕੱਲ ਪੁੱਛ ਕੇ ਦੱਸ ਦੂੰਗਾ। ਇਹਨਾਂ ਦਾ ਪਿੰਡ ਇੱਧਰ ਹੀ ਆ, तो मतलब कि पटियाले दे नहीं है जी बेसिकली। तो असल च मतलब कि डॉक्टर बलवीर दे विरुद्ध एक लॉबी पहला ही एक्टिव है
ਤੇ ਜੇ ਜੀ ਇਹ ਮਾਮਲਾ ਅੱਗੇ ਵੱਧਦਾ ਹੈ ਤਾਂ ਔਖਾ ਹੋ ਜਾਊਗਾ। ਉਧਰ ਹਾਈ ਕੋਰਟ ਦੇ ਵਿੱਚ ਮਾਮਲਾ ਕਿਆ ਚਲਾ, ਸਾਰੀ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਰੁਕ ਗਈ ਆ। ਇਧਰ ਰਾਜ ਜੀ ਪੱਧਰੀ ਧਰਨਾ, ਤਾਂ ਇਹਦਾ ਮਤਲਬ ਇਹ ਆ ਕਿ ਹਰਜੋਤ ਬੈਂਸ ਤਾਂ ਬਚ ਜਾਣ ਭਾਵੇਂ, ਪਰ ਡਾਕਟਰ ਜੀ ਬਲਬੀਰ ਲਈ ਸਥਿਤੀ ਕਸੌਤੀ ਬਣ ਜਾਏਗੀ। ਔਰ ਇੱਥੇ ਹੁਣ ਇਹ ਵੀ ਮਸਲਾ ਬਣ ਗਿਆ ਨਾ ਕਿ ਜਿਵੇਂ ਜਿਵੇਂ ਇਹ ਵਿਰੋਧ ਤਿੱਖੇ ਹੋਣਗੇ, ਜੇ ਆਪਾਂ ਦੇਖੀਏ ਸਾਡਾ ਜਿਹੜਾ ਇੱਥੇ ਦਾ ਯੂਥ ਹੈ, ਤੁਹਾਨੂੰ ਪਤਾ ਤੇ ਗੋਲੀਆਂ ਚਲਾਈ ਜਾਂਦਾ ਜ਼ਿਆਦਾਤਰ, ਜਾਂ ਗੋਲੀਆਂ ਜੀ ਖਾਈ ਜਾਂਦਾ। ਇਹਨਾਂ ਦਾ ਧਿਆਨ ਨਹੀਂ ਉਹ ਜ਼ੈਨਜ਼ੀ ਵਾਲੇ ਪਾਸੇ ਕਿ ਉੱਥੇ ਆਪਦੇ ਭਵਿੱਖ ਲਈ ਲੜਨ ਡਿਆ, ਇਹ ਜੀ ਆਪਸ 'ਚ ਹੀ ਲੜਨ ਡਿਆ। ਜਦੋਂ ਜਿਹੜੇ ਇੱਧਰੋਂ ਇਹਨਾਂ ਦੋਨਾਂ ਕੰਮਾਂ ਤੋਂ ਬਚੇ ਉਹ ਫੇਸਬੁੱਕ ਤੇ ਇੱਕ ਦੂਜੇ ਨਾਲ, ਕੁਝ ਇੰਸਟਾ ਤੇ ਇਲੂ ਇਲੂ ਛਿਲੂ। ਬਿਲਕੁਲ ਤਾਂ ਮਤਲਬ ਕਿ ਇਹ ਆ ਕਿ ਸਾਡਾ ਯੂਥ ਹਾਲੇ ਇਸ ਪਾਸੇ ਨਹੀਂ ਹੋਇਆ ਜੀ, ਪਰ ਜੇ ਉਹ ਯੂਥ ਇਕੱਠਾ ਹੋਣਾ ਸਟਾਰਟ ਹੋ ਗਿਆ ਇਸ ਮੁੱਦੇ ਜੀ ਤੇ, ਚਲੋ ਆਪਾਂ ਪਾੜੇ ਵਰਗ ਨੂੰ ਆਪਾਂ ਮੰਨ ਲਈਏ ਕਿ ਜਿਹੜਾ ਸਾਡਾ ਪਾੜਾ ਵਰਗ ਹੈ, ਸਿਆਣਾ ਜਿਹਨੂੰ ਆਪਾਂ ਕਹੀਏ ਯੂਥ ਜੀ ਦੇ ਵਿੱਚ, ਜੇ ਉਹ ਬਿਲਕੁਲ ਉਹਨੂੰ ਕਿਸੇ ਨੇ ਮੋਬਿਲਾਈਜ਼ਡ ਕਰ ਦਿੱਤਾ, ਉਹਨੂੰ ਇਕਜੁੱਟ ਕਰ ਦਿੱਤਾ, ਜੀ ਜ਼ੈਨਜ਼ੀ ਕਹਿ ਲਓ ਜਾਂ ਉਹ ਯੂਥ ਕਹਿ ਲਓ, ਜੇ ਉਹ ਇਕਜੁੱਟ ਹੋ ਗਿਆ ਤਾਂ ਇਹ ਲੱਭਿਆ ਨਹੀਂ ਥਿਆਉਣੇ, ਇਹ ਲੱਭਿਆ ਨਹੀਂ ਜੀ ਥਿਆਉਣੇ, ਕਿਉਂਕਿ ਇਹਨਾਂ ਦੀ ਤਾਕਤ ਹੀ ਯੂਥ ਰਿਹਾ ਹੈ। ਆਮ ਬਿਲਕੁਲ ਆਦਮੀ ਪਾਰਟੀ ਦੀ 2014 ਤੋਂ ਜਿਹੜੀ ਤਾਕਤ ਹੈ ਮੁੱਖ ਤੌਰ ਤੇ ਉਹ ਯੂਥ ਹੈ। ਜੀ ਇਹਨਾਂ ਤੇ ਕੋਈ ਸਿਧਾਂਤਕ ਕਾਡਰ ਥੋੜੀ ਹੈ, ਵਿਚਾਰਧਾਰਕ ਕਾਡਰ ਥੋੜੀ ਹੈ, ਨਹੀਂ, ਇਹਨਾਂ ਦੀ ਵਿਚਾਰਧਾਰਾ ਤਾਂ ਕੋਈ ਹੈ ਹੀ ਨਹੀਂ। ਬਿਲਕੁਲ ਇਹ ਤੇ ਅਟਕਲ ਪੱਚੂ ਚੌੜ ਚਪੱਟ। ਤਾਂ ਅਸਲ 'ਚ ਉਹ ਯੂਥ ਜਿਹੜਾ ਸੀ ਉਹ ਭਾਵੁਕਤਾ ਵੱਸ ਜੁੜਿਆ ਸੀ। ਜੀ ਤੇ ਇੱਕ ਤਾਂ ਅਮਰਤਪਾਲ ਦਾ ਅਸਰ ਹੋਏਗਾ, ਦੂਜਾ ਜੇ ਇਦਾਂ ਦੇ ਮਾਹੌਲ ਦੇ ਵਿੱਚ ਯੂਥ ਜਿਹੜਾ ਹੈ ਉਹ ਇਕਜੁੱਟ ਹੋ ਕੇ ਇਹਨਾਂ ਤੋਂ ਵੱਖ ਹੋ ਕੇ ਇਹਨਾਂ ਦੇ ਵਿਰੋਧ 'ਚ ਖੜਨਾ ਸਟਾਰਟ ਹੋ ਗਿਆ, ਤਾਂ ਜਿਹੜੀਆਂ ਇਹਨਾਂ ਦੀਆਂ ਪਲੈਨਿੰਗਾਂ ਨੇ ਕਿ ਅਸੀਂ ਔਰਤਾਂ ਦੀਆਂ ਇੰਨੇ ਕੁ % ਲੈ ਲਾਂਗੇ, ਐਸਸੀ ਇੰਨੀ ਕੁ ਵੋਟ, ਜੱਟਾਂ ਦੀ ਇੰਨੀ ਕੁ ਵੋਟ, ਤਾਂ ਉਹ ਸਾਰੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਜਾਣਗੀਆਂ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਗੱਲ ਹਾਕੀ ਟੀਮ ਦੀ ਕਰਦੇ ਹਾਂ। ਹਾਕੀ ਟੀਮ ਹੋਵੇ ਜਾਂ ਭਾਰਤ ਦੀ ਕ੍ਰਿਕਟ ਟੀਮ ਹੋਵੇ, ਫੁੱਟਬਾਲ ਦੀ ਟੀਮ ਤਾਂ ਚਲੋ ਖੈਰ ਕਿਤੇ ਨੇੜੇ ਤੇੜੇ ਵੀ ਨਹੀਂ ਦੇਖਦੀ, ਪਰਫਾਰਮ ਕਰਦੀ ਹੈ, ਪਰ ਤੁਸੀਂ ਦੇਖੋਗੇ ਫੁੱਟਬਾਲ ਟੀਮ ਤੁਸੀਂ 5-10 ਸਾਲ ਬਾਅਦ ਦੇਖੋਗੇ, ਮੇਰੀ ਭਵਿੱਖਬਾਣੀ ਪਤਾ ਨਹੀਂ, ਜਬ ਹਮ ਜਵਾਂ ਹੋंगे ਨਾ ਜਾਣੇ ਕਹਾਂ ਹੋंगे, ਜਵਾਂ ਤੇ ਹੁਣ ਕੀ ਹੋਣਾ। ਰਣਜੀਤ ਬਜਾਜ ਤੇ ਭਰੋਸਾ ਦਿਖਾ ਰਹੇ ਹੋ ਤੁਸੀਂ? ਬਿਲਕੁਲ ਬਿਲकुल, ਕਿਉਂਕਿ ਮੈਂ ਖੇਡ ਪ੍ਰੇਮੀ ਆ, ਮੇਰਾ ਸਾਰਾ ਜੀਵਨ ਖੇਡ ਗਰਾਊਂਡ 'ਚ ਗੁਜ਼ਰਿਆ ਤੇ ਬਹੁਤ ਸਾਰੀਆਂ ਭਵਿੱਖਬਾਣੀਆਂ ਆਪਣੀਆਂ ਸਟੀਕ ਗਈਆਂ। ਤਜਿੰਦਰ ਤੂਰ ਤੇ ਸਮਰਦੀਪ ਬਾਰੇ ਮੈਂ ਭਵਿੱਖਬਾਣੀ ਮਈ 'ਚ ਕੀਤੀ ਸੀ, ਤਾਂ ਦੋਨੇ ਵੇਖ ਲਓ ਫਾਈਨਲਿਸਟ ਹੈ ਕਾਮਨਵੈਲਥ ਦੇ ਸ਼ਾਰਟ ਪੁੱਟ 'ਚ। ਬਿਲਕੁਲ ਗੱਲ ਇਹ ਆ ਜੀ, ਹਾਂਜੀ, ਆਪਾਂ ਉਹੀ ਗੱਲ ਕਰਦੇ ਸੀ ਭਗਵਾਂ ਕਰਨਾ, ਇਹਦਾ ਵੀ ਇੱਧਰ ਕਰੀ ਜਾਂਦੇ ਹਾਕੀ ਵਾਲੇ ਤੇ ਕੰਮ ਦੇ ਵਿੱਚ ਵੀ ਕਹਿੰਦੇ ਆਹ ਵਾਲੀਆਂ ਜਰਸੀਆਂ ਪਾਓ ਤੁਸੀਂ, ਅਸੀਂ ਤੁਹਾਨੂੰ ਦਿੰਨੇ ਰੰਗ ਸਿਲੈਕਟ ਕਰਕੇ। ਹਾਂ, ਹੋ ਸਕਦਾ ਉਦੋਂ ਜਦੋਂ ਨੂੰ ਸਾਡੀ ਫੁੱਟਬਾਲ ਟੀਮ ਬਣੇ ਤੇ ਇਹ ਮਤਲਬ ਕਿ ਇੱਕ ਸੰਤਰੀ ਰੰਗ ਦਾ ਫੁੱਟਬਾਲ ਦੇ ਦਿਆ ਕਰਨ ਕਿ ਤੁਹਾਡਾ ਫੁੱਟਬਾਲ ਦਾ ਰੰਗ ਸੰਤਰੀ ਹੋਏਗਾ। ਸਰ ਇਹਨਾਂ ਦਾ ਕੀ ਹੈ, ਤੇ ਟਮਾਟਰ ਨੂੰ ਆਪਦਾ ਸਮਝੀ ਜਾਂਦੇ ਨੇ। ਕਿਤੇ ਕਿਰਪਾ ਉੱਥੇ ਹੀ ਰੁਕੀ ਹੋਈ ਹੈ, ਸੰਤਰੀ ਰੰਗ ਤੁਸੀਂ ਨਹੀਂ ਕਰਦੇ, ਸੰਤਰੀ ਰੰਗ ਕਰਦੇ। ਹਾਂਜੀ, ਉਹ ਇਹਨਾਂ ਨੇ ਟਮਾਟਰ ਆਪਦਾ ਵੰਡਿਆ ਹੋਇਆ, ਕਹਿੰਦੇ ਟਮਾਟਰ ਸਾਡਾ, ਖੀਰਾ ਮੁਸਲਮਾਨਾਂ ਦਾ। ਲਓ ਕਰ ਲਓ ਗੱਲ, ਲਓ ਤਾਂ ਬਈ ਇਹੀ ਹੈ ਨਾ। ਅੱਛਾ, ਹਾਕੀ ਇੰਡੀਆ ਪਤਾ ਨਹੀਂ ਕਿਹੋ ਜਿਹੇ ਲੋਕ ਹੈ ਨਾ, ਕਹਾਂ ਸੇ ਆ ਜਾਤੇ हैं ऐसे लोग। ਉਹ ਕਹਿੰਦੇ ਜੀ ਇਹ ਤਿਰੰਗੇ ਚੋਂ ਆਇਆ ਰੰਗ ਹੈ, ਬਲੀਦਾਨ ਦਾ ਪ੍ਰਤੀਕ ਹੈ, ਬਹਾਦਰੀ ਦਾ ਪ੍ਰਤੀਕ ਹੈ, ਤਿਆਗ ਦਾ ਪ੍ਰਤੀਕ ਹੈ। ਉਹ ਮੈਂ ਆਖਿਆ ਕਿਹੜੇ ਯਾਰ, ਤੁਹਾਨੂੰ ਕਿਹੜੇ ਬੰਦੇ ਆ ਜਿਨ੍ਹਾਂ ਨੇ ਇੱਥੇ ਬਿਠਾਇਆ? ਉਹ ਮੂਰਖੋ, ਤਿਰੰਗਾ ਤੇ RSS ਨੇ ਪ੍ਰਵਾਨ ਹੀ ਨਹੀਂ ਸੀ ਕੀਤਾ। ਬਿਲਕੁਲ ਤਿਰੰਗਾ ਇਹਨਾਂ ਨੇ ਪ੍ਰਵਾਨ ਨਹੀਂ ਕੀਤਾ। ਔਰ ਜੇ ਤੁਸੀਂ ਵੇਖੋਗੇ ਤਾਂ 20ਵੀਂ ਸਦੀ ਪੂਰੀ ਲੰਘ ਗਈ, ਇਹਨਾਂ ਨੇ ਤੇ ਆਪਦੇ ਹੈੱਡਕੁਆਟਰ ਤੇ ਤਿਰੰਗਾ ਚਲਾਇਆ ਹੀ ਨਹੀਂ ਸੀ। ਬਿਲਕੁਲ 3 ਨੌਜਵਾਨਾਂ ਨੇ ਸਭ ਤੋਂ ਪਹਿਲਾਂ ਸ਼ਾਇਦ ਉੱਥੇ ਤਿਰੰਗਾ ਚੜਾਉਣ ਦਾ ਯਤਨ ਕੀਤਾ ਸੀਗਾ, ਔਰ ਉਹਨਾਂ ਤੇ ਕੇਸ ਦਰਜ ਹੋਇਆ ਸੀ ਬਕਾਇਦਾ। ਜੀ ਮੈਂ ਤਾਂ ਤੁਹਾਨੂੰ ਪਤਾ, ਮੈਂ ਤਾਂ ਇਹਨਾਂ ਤੇ ਬਹੁਤ ਸਟੱਡੀ ਕਰਦਾ ਇਹਨਾਂ ਲੋਕਾਂ ਤੇ। ਤਾਂ ਗੱਲ ਇਹ ਹੈ ਕਿ ਜਿਨ੍ਹਾਂ ਨੇ ਤਿਰੰਗਾ ਇੰਨੀ ਦੇਰ ਤੱਕ, ਔਰ ਤਿਰੰਗਾ ਉਦੋਂ ਇਹਨਾਂ ਨੇ ਕਬੂਲ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਵਿਦਆਊਟ ਤਿਰੰਗਾ ਅਸੀਂ ਕਦੇ ਵੀ ਸਿਆਸਤ ਦੇ ਵਿੱਚ ਮਜ਼ਬੂਤੀ ਨਾਲ ਨਹੀਂ ਅੱਗੇ ਵਧ ਸਕਦੇ। ਇਹ ਤੇ ਮੌਕਾ ਪ੍ਰਸਤ ਤਨਜ਼ੀਮ ਹੈ। ਤਾਂ ਗੱਲ ਇਹ ਆ ਕਿ ਜੇ ਉਸ ਰੰਗਾਂ ਦੇ ਨਾਲ ਇਹਨਾਂ ਨੂੰ ਪਿਆਰ ਸੀ ਤਾਂ ਇਹਨਾਂ ਨੇ ਇੰਨੇ ਸਾਲ ਤਿਲਾਂਜਲੀ ਨਹੀਂ ਸੀ ਦੇਣੀ ਤਿਰੰਗੇ ਨੂੰ। ਦੂਜੀ ਗੱਲ ਕਿ ਜਦੋਂ ਭਗਵਾਂ ਕਰਨ ਆਪਾਂ ਵੇਖਦੇ ਹਾਂ ਕਿ ਕੈਂਪਸ ਤੱਕ, ਕਾਲਜਾਂ ਤੱਕ, ਯੂਨੀਵਰਸਿਟੀਆਂ ਤੱਕ, ਸਾਰਿਆਂ ਤੱਕ ਪਹੁੰਚਿਆ ਪਿਆ। ਧਰਮਿੰਦਰ ਪ੍ਰਧਾਨ ਕੌਣ ਸੀ?
ਨਖੇਤਾ ਦਮੀਸ ਹੈ, ਉਹਦੇ ਮੱਥੇ ਤੇ ਫੇਲ ਲਿਖਿਆ। ਮਤਲਬ ਉਹ ਕੌਣ ਸੀ? RSS ਤੇ ਉਹ ਬਹੁਤ ਫਿੱਟ ਬੰਦਾ ਸੀ, ਬੰਦਾ ਪਿਆਦਾ ਸੀ। ਉਸਨੇ ਜੋ ਯੂਨੀਵਰਸਿਟੀਆਂ ਚ, ਕਿੱਥੇ ਅੱਜ ਤੁਸੀਂ JNU ਦਾ ਹਾਲ ਦੇਖੋ ਕੀ ਹੈ, ਕਿੱਥੇ ਉਹਦੇ ਚੋਂ ਕਨਈਏ ਵਰਗੇ ਨਿਕਲਦੇ ਰਹੇ, ਕਿਹੜੇ ਕਿਹੜੇ ਵੱਡੇ ਪੱਤਰਕਾਰ ਨਿਕਲੇ ਆ ਕਿ ਨਹੀਂ, ਕਿਹੜੇ ਕਿਹੜੇ ਚਿੰਤਕ ਨਿਕਲੇ ਆ ਕਿ ਨਹੀਂ, ਇਸ ਦੇਸ਼ ਦੇ ਕਿਹੜੇ ਕਿਹੜੇ ਆਰਥਿਕ ਮਾਹਰ ਨਿਕਲੇ ਆ ਕਿ ਨਹੀਂ। ਅੱਜ ਕਿੱਥੇ JNU ਦਾ ਕੀ ਕੀਤਾ ਇਹਨਾਂ ਨੇ ਹਾਲ? ਆ ਤੁਹਾਡੇ PU ਚ ਕੀ ਚੱਲਦਾ ਆ ਦੇਖ ਲਓ, ਦੂਰ ਨਾ ਜਾਓ। ਤੋ ਕਹਿਣ ਦਾ ਮਤਲਬ ਹੈ ਕਿ ਧਰਮਿੰਦਰ ਪ੍ਰਧਾਨ ਨੇ ਭਗਵਾਂ ਕਰਨੀ ਤਾਂ ਕੀਤਾ ਸਿੱਖਿਆ ਦਾ ਜੀ, ਹੋਰ ਉਸ ਡੱਫਲ ਦੇ ਕੋਲ ਹੈ ਕੀ ਸੀ ਜੀ। ਇਹੀ ਕਾਰਨ ਹੈ ਕਿ ਹੁਣ ਇਹਨਾਂ ਨੇ ਖੇਡਾਂ ਦਾ, ਤੁਸੀਂ ਦੇਖੋ ਨਾ ਕ੍ਰਿਕਟ ਵਾਲਿਆਂ ਨੂੰ ਵੀ ਇਹਨਾਂ ਨੇ ਸੰਤਰੀ ਪਵਾਤੀ ਸੀ ਵਰਦੀ, ਤੁਹਾਨੂੰ ਸ਼ਾਇਦ ਯਾਦ ਹੋਵੇ। ਬਿਲਕੁਲ। ਔਰ ਉਹਦਾ ਇੱਕ ਬਹੁਤ ਵੱਡਾ ਵਿਰੋਧ ਹੋਇਆ ਸੀ ਇੰਟਰਨੈਸ਼ਨਲ, ਇਹਨਾਂ ਨੇ ਫਿਰ ਉਹ ਸੰਤਰੀ ਵਰਦੀ ਬਦਲਤੀ ਸੀ। ਜੀ। ਔਰ ਇਹ ਤੁਸੀਂ ਦੇਖੋ ਕਿ ਬੈਲਜੀਅਮ ਦੇ ਵਿੱਚ ਸ਼ਾਇਦ ਵਰਲਡ ਕੱਪ ਹੋਣਾ ਹੈ ਕਿ ਨੀਦਰਲੈਂਡ ਤੇ ਬੈਲਜੀਅਮ ਦੇ ਵਿੱਚ, ਜੇ ਮੈਂ ਗਲਤ ਨਹੀਂ, ਮਾੜਾ ਜਿਹਾ ਗੂਗਲ ਕਰਕੇ ਕਨਫਰਮ ਕਰਿਓ। ਤੇ ਬੈਲਜੀਅਮ ਦੀ ਤੇ ਆਪਣੀ ਵਰਦੀ ਦਾ ਰੰਗ, ਨੀਦਰਲੈਂਡ ਦੀ ਤਾਂ ਆਪਣੀ ਰੰਗ ਦਾ ਸੰਤਰੀ ਹੈ ਜੀ। ਨੀਦਰਲੈਂਡ ਦੀ ਜਰਸੀ ਦਾ ਰੰਗ ਉਹਦਾ ਵੀ ਸੰਤਰੀ ਆ ਜੀ। ਇੱਕ ਤੇ ਇਹ ਹੈ ਕਿ ਤੁਸੀਂ ਜੇ ਬਈ ਹੋਸਟ ਨੇਸ਼ਨ ਦਾ ਰੰਗ ਕਾਪੀ ਕਰ ਰਹੇ ਹੋ, ਬੜੀ ਮਾੜੀ ਗੱਲ ਹੈ। ਸਾਊਥ ਅਫਰੀਕਾ ਜ਼ਿੰਬਾਬਵੇ ਤੇ ਨਮੀਬੀਆ ਦੇ ਵਿੱਚ ਹੋਣਾ ਹੈ ਜੀ ਐਤਕੀ 2027 ਦੇ ਨਹੀਂ, ਹਾਕੀ ਵਰਲਡ ਕੱਪ ਹਾਕੀ ਦਾ ਵੀ ਦੇਖ ਲੈਣੇ। ਹਾਕੀ ਵਰਲਡ ਕੱਪ ਤੇ ਅਗਲੇ ਮਹੀਨੇ ਹੈ ਨਾ ਗੁਰਪ੍ਰੀਤ। ਹਾਕੀ ਵਰਲਡ ਕੱਪ ਤੁਸੀਂ ਸਰਚ ਮਾਰੋਗੇ 2026 ਤੇ ਤੁਹਾਨੂੰ ਮਿਲ ਜਾਣਾ ਹੈ। ਉਹ ਜਦੋਂ ਤੁਸੀਂ ਹੋਸਟ ਨੇਸ਼ਨ ਦੇਖੋਗੇ, ਮੇਰੇ ਖਿਆਲ ਬੈਲਜੀਅਮ ਦੇ ਵਿੱਚ ਹੋਣਾ, ਨੀਦਰਲੈਂਡ ਦੇ ਵਿੱਚ ਹੋਣਾ ਜੀ। ਹਾਂ, ਨੀਦਰਲੈਂਡ। ਮੈਂ ਤੁਹਾਨੂੰ ਉਹੀ ਕਹੀ ਜਾਂਦਾ ਨਾ, ਹੋਸਟ ਨੇਸ਼ਨ ਹੈ ਤੇ ਹੋਸਟ ਨੇਸ਼ਨ ਦੀ ਜਰਸੀ ਦਾ ਰੰਗ ਵੀ ਉਹੀ ਹੈ ਤੇ ਤੁਸੀਂ ਉਹੀ ਕਾਪੀ ਕਰ ਲਿਆ। ਅੱਛਾ, ਤੁਹਾਨੂੰ ਇੱਕ ਹੋਰ ਦੱਸਦਾ ਮੈਂ, ਬੜਾ ਇੰਟਰਸਟਿੰਗ ਫੈਕਟ ਜੀ, ਵੀ ਜਿਹੜੀ ਇਹ ਇੰਡੀਆ ਦੀ ਹਾਕੀ ਟੀਮ ਸੀਗੀ ਨਾ ਜੀ, ਇਹਨੇ ਨੀਲੀ ਜਰਸੀ ਪਾਈ ਸੀਗੀ, ਪਤਾ ਕਦੋਂ ਪਾਈ ਸੀ ਜੀ? ਇਹਨਾਂ ਨੇ ਨੀਲੀ ਜਰਸੀ ਪਾਈ ਸੀ ਅੱਜ ਤੋਂ 100 ਸਾਲ ਪਹਿਲਾਂ, ਜਦੋਂ ਨਿਊਜ਼ੀਲੈਂਡ ਦੇ ਦੌਰੇ ਤੇ ਗਈ ਸੀ ਹਾਕੀ ਟੀਮ। ਤੇ ਉਸ ਤੋਂ ਬਾਅਦ ਆਪਣੀ ਕ੍ਰਿਕਟ ਜਾਂ ਇਹ ਜ਼ਿਆਦਾਤਰ ਤੁਸੀਂ ਦੇਖੋਗੇ ਸਾਡੀ ਜਰਸੀ ਦਾ ਰੰਗ ਨੀਲਾ ਹੁੰਦਾ ਹੈ। ਬਿਲਕੁਲ। ਤਾਂ ਉਹਦਾ ਮਤਲਬ ਕੀ ਹੈ ਕਿ 100 ਸਾਲ ਸਾਡੇ ਨਾਲ ਇੱਕ ਸਲੈਗ ਜੁੜ ਗਿਆ, ਮੈਨ ਇਨ ਬਲੂ ਜੀ, ਬਲੂ ਆਰਮੀ। ਤਾਂ ਉਹ ਚੀਜ਼ ਹੈ ਕਿ ਅੰਤਰਰਾਸ਼ਟਰੀ ਸਾਡਾ ਰੰਗ ਪ੍ਰਵਾਨ ਸੀ। ਹੋਰ ਇਸੇ ਕਰਕੇ ਹੀ ਬੜੇ ਵੱਡੇ ਸਮੇਤ ਪ੍ਰਗਟ ਸਿੰਘ ਹੋਰਾਂ ਇਹਨਾਂ ਨੇ ਖਿਡਾਰੀਆਂ ਨੇ ਆਲੋਚਨਾ ਕੀਤੀ। ਔਰ ਇਹ RSS ਦਾ ਜਿਹੜਾ 100 ਸਾਲਾ ਇਹਨਾਂ ਨੇ ਮਨਾਇਆ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸ਼ਾਮਲ ਆ। ਐਲਾਨੀਆਂ ਕਦੇ ਵੀ, ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸਾਂ ਕਿ ਐਲਾਨੀਆਂ ਕਦੇ ਵੀ ਹਿੰਦੂ ਨੇਸ਼ਨ ਨਹੀਂ ਬਣਾ ਸਕਦੇ। ਬਸ ਇੰਨਾ ਕੁ ਹੈ ਕਿ ਆਪਣੇ ਜਿਹੜੇ ਇਹਨਾਂ ਦੇ WhatsApp ਯੂਨੀਵਰਸਿਟੀ ਵਾਲੇ ਸਟੂਡੈਂਟ ਆ, ਇੰਨੇ ਕੁ ਪੱਠੇ ਪਾ ਦਿੰਦੇ ਆ। ਚਲੋ, ਤੁਸੀਂ ਕਿਹਾ ਐਲਾਨੀਆਂ ਨਹੀਂ ਬਣਾ ਸਕਦੇ, ਪਰ ਅਗਲੇ ਆਪਣਾ ਚਿੱਤ ਪਰਚਾਵਾ ਤਾਂ ਕਰ ਲੈਂਦੇ ਨੇ ਇਦਾਂ ਦੀਆਂ ਛੋਟੀਆਂ ਚੀਜ਼ਾਂ ਛੇੜ ਕੇ। ਖੈਰ, ਅੱਗੇ ਵਧੀਏ ਤਾਂ ਆਮ ਆਦਮੀ ਪਾਰਟੀ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਉਮਰ ਕੈਦ ਹੋਈ ਹੈ। ਕਿਸ ਮਾਮਲੇ 'ਚ ਹੋਈ ਹੈ ਜੀ? ਦੇਖੋ, ਜਦੋਂ ਤੁਹਾਨੂੰ ਯਾਦ ਹੋਣਾ CA ਵਾਲਾ ਮਾਮਲਾ ਚੱਲ ਰਿਹਾ ਸੀਗਾ, CAA ਵਾਲਾ, ਯਾਨੀ CAA ਵਾਲਾ, ਯਾਦ ਹੈ ਤੁਹਾਨੂੰ? ਤਾਂ ਉਦੋਂ ਦਿੱਲੀ ਦੇ ਵਿੱਚ ਵਿਆਪਕ ਪੱਧਰ ਤੇ, ਵੱਡੇ ਪੱਧਰ ਤੇ ਜੀ ਵਾਇਲੈਂਸ ਹੋਈ ਸੀਗੀ। ਠੀਕ ਹੈ ਜੀ, ਚਲੋ ਵਾਇਲੈਂਸ ਦੇ ਵਿੱਚ ਕਿਸੇ ਦਾ ਵੀ ਨੁਕਸਾਨ ਹੋਵੇ, ਮਾੜੀ ਗੱਲ ਆ। ਤਾਂ ਉਦੋਂ ਉਸ ਵੇਲੇ ਇੱਕ ਇੰਟੈਲੀਜੈਂਸ ਦੇ ਆਫੀਸਰ, ਨਾ ਮੈਨੂੰ ਜੇ ਨਹੀਂ ਮਿਸਰਦਾ ਤਾਂ ਸ਼ਾਇਦ ਅੰਕਿਤ ਸੀ ਉਹਨਾਂ ਦਾ ਨਾਮ, ਅੰਕਿਤ ਸ਼ਰਮਾ ਜਾਂ ਵਰਮਾ, ਸ਼ਾਇਦ ਅੰਕਿਤ ਸ਼ਰਮਾ, IB ਆਫੀਸਰ ਸੀ, ਆਪਣੀ ਡਿਊਟੀ ਤੇ ਸਨ। ਤਾਂ ਉਹਨਾਂ ਨੂੰ ਮਾਰ ਕੇ ਬਹੁਤ ਬੁਰੀ ਤਰ੍ਹਾਂ ਬਰੂਟਲੀ ਜੀ, ਤਾਂ ਫਿਰ ਗੰਦੇ ਨਾਲੇ 'ਚ ਸੁੱਟ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਫਿਰ ਮੁਕੱਦਮਾ ਜਿਨ੍ਹਾਂ ਲੋਕਾਂ ਤੇ ਦਰਜ ਹੋਇਆ, ਤਾਂ ਉਹਨਾਂ ਦੇ ਵਿੱਚ ਇਹਨਾਂ ਦਾ ਉਸ ਵੇਲੇ ਦਾ ਵੱਡਾ ਨੇਤਾ ਸੀਗਾ ਉਸ ਇਲਾਕੇ ਦਾ, ਤਾਹਿਰ ਹੁਸੈਨ ਜੀ। ਤਾਹਿਰ ਹੁਸੈਨ ਤੇ ਮੁਕੱਦਮਾ ਬਣਿਆ ਤੇ ਫਿਰ ਕੋਰਟ ਨੇ ਉਹਨੂੰ ਟ੍ਰਾਇਲ ਦੇ ਵਿੱਚ ਜਦੋਂ ਚਾਰਜ ਸ਼ੀਟ ਕੀਤਾ, ਫਿਰ ਚਾਰਜਸ ਫਰੇਮ ਹੋਏ ਤੇ ਅੱਜ ਇਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਗਈ ਹੈ ਜੀ। ਤਾਹਿਰ, ਨਾਜ਼ਮ, ਕਾਸ਼ਮ, ਅਨਸ, ਜਾਵੇਦ, ਇਹਨਾਂ ਨੂੰ ਹੱਤਿਆ ਤੇ ਇਸ ਤੋਂ ਇਲਾਵਾ ਅਗਵਾ, ਦੰਗਾ ਤੇ ਇੱਕ ਕਮਿਊਨਲ ਜੋ ਦਵੈਸ਼ ਫੈਲਾਉਣ ਦਾ ਜਿਹੜਾ
ਹੁੰਦਾ ਚਾਰਜ, ਉਹਦੇ ਤਹਿਤ ਇਹਨਾਂ ਨੂੰ ਸਜ਼ਾ ਸੁਣਾਈ ਗਈ ਆ। ਹਾਂ 6 ਜਣਿਆਂ ਨੂੰ ਵਰੀ ਕਰ ਦਿੱਤਾ ਗਿਆ ਕੋਰਟ ਵੱਲੋਂ। ਕੋਰਟ ਨੇ ਜੀ ਕਿਹਾ ਕਿ ਤਾਹਿਰ ਹੁਸੈਨ ਹਥਿਆਰਾਂ ਦੇ ਨਾਲ ਲੈਸ ਉਸ ਭੀੜ ਦਾ ਹਿੱਸਾ ਸੀ ਜੋ ਉੱਥੇ ਹਿੰਦੂਆਂ ਦੇ ਪ੍ਰਤੀ ਨਫ਼ਰਤ ਦੇ ਕਾਰਨ ਦੰਗਾ, ਅਗਜ਼ਨੀ ਤੇ ਲੁੱਟ ਖਸੁੱਟ ਕਰਨ ਦੇ ਲਈ ਇਕੱਠੀ ਹੋਈ ਸੀ, ਜਿਸ ਨੇ ਬੇਰਹਿਮੀ ਦੇ ਨਾਲ ਤੇ ਲਗਾਤਾਰ ਹਮਲਾ ਕਰਕੇ ਸ਼ਰਮਾ ਦੀ ਹੱਤਿਆ ਕੀਤੀ। ਯਾਨੀ ਕੋਰਟ ਨੇ ਮੰਨਿਆ ਕਿ ਨਾ ਸਿਰਫ ਇਹ ਲੁੱਟ ਖਸੁੱਟ ਕਰ ਰਹੇ ਸੀ, ਦੰਗਾ ਕਰ ਰਹੇ ਸੀ ਉਸ ਏਰੀਏ 'ਚ, ਤੇ ਜਿਹੜਾ ਇਹ ਆਫੀਸਰ ਉਸ ਵੇਲੇ ਔਨ ਡਿਊਟੀ ਸੀ, ਇਸ ਨੂੰ ਅਗਵਾ ਕਰਕੇ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ। ਤੋ ਬਈ ਇਹ ਹੈ ਇਹਨਾਂ ਦਾ ਚਿਹਰਾ। ਵੇਖੋ ਤਾਹਿਰ ਹੁਸੈਨ ਵਰਗੇ ਕਿਹੜੇ ਕਿਹੜੇ ਇਹ ਬੜੇ ਨੇਤਾ ਸੀਗੇ, ਤੇ ਇਹਨਾਂ ਦੇ ਬੰਦੇ ਤੇ ਤੁਹਾਨੂੰ ਪਤਾ ਬੇਹੁਰਮਤੀ ਦਾ ਦੋਸ਼ ਲੱਗਾ, ਔਰ ਦੋਸ਼ ਉਹ ਸਾਬਤ ਵੀ ਹੋਇਆ। ਜੀ ਯਾਦ ਹੋਣਾ ਬਿਲਕੁਲ ਤੁਹਾਨੂੰ, ਐਮਐਲਏ ਇਹਨਾਂ ਨੇ ਫਿਰ ਟਿਕਟ ਦਿੱਤੀ ਸੀ ਉਹਨੂੰ। ਜੀ ਇਹ ਤੇ ਮਤਲਬ ਕਿ ਤੁਹਾਨੂੰ ਤਾਂ ਹੀ ਤਾਂ ਕਹਿਣਾ ਕਿ ਇਹ ਤੇ ਇੱਕ ਵੱਖਰੀ ਸਿਆਸੀ ਜਮਾਤ ਆਈ ਆ। ਤਾਂ ਹੁਣ ਹੂੰ ਤਾਹਿਰ ਹੁਸੈਨ ਨੂੰ ਕਹਿ ਦੇਣਗੇ ਕਿ ਨਹੀਂ ਜੀ ਉਹ ਹੈਗਾ ਸੀਗਾ, ਏਦਾਂ ਸੀ ਉਦਾਂ ਸੀ, ਪਰ ਉਸ ਵੇਲੇ ਆਮ ਆਦਮੀ ਪਾਰਟੀ ਦਾ ਬਹੁਤ ਪਾਵਰਫੁਲ ਨੇਤਾ ਸੀਗਾ। ਜੀ ਜਿਹੜੀ ਧਿਰ ਇਹ ਕਹਿ ਕੇ ਆਈ ਹੋਵੇ ਐਲਾਨੀਆਂ ਤੌਰ ਤੇ ਵੀ ਭਾਈ ਸਾਡੀ ਕੋਈ ਵੱਜਵੀਂ ਆਈਡੀਓਲੋਜੀ ਨਹੀਂ ਆ, ਜਿੱਧਰ ਨੂੰ ਜਾਣਾ ਪਊਗਾ ਅਸੀਂ ਚਲੇ ਜਾਵਾਂਗੇ, ਉਹ ਫਿਰ ਇਦਾਂ ਦਾ ਹੀ ਹਾਲ ਹੋਊਗਾ। ਖੈਰ ਅੱਗੇ ਵਧੀਏ ਤਾਂ ਉਧਰ ਆਮ ਤੌਰ ਤੇ ਤਾਂ ਆਪਾਂ ਸੰਸਦ ਦੇ ਵਿੱਚ ਜਾਂ ਪੰਜਾਬ ਵਰਗੀਆਂ ਵਿਧਾਨ ਸਭਾ ਜਾਂ ਕਿਸੇ ਵੀ ਹੋਰ ਵਿਧਾਨ ਸਭਾ ਦਾ ਹਾਲ ਦੇਖੀਏ, ਉੱਥੇ ਡਰਾਮੇ ਹੀ ਹੁੰਦੇ ਨੇ ਬਹੁਤ ਤਰ੍ਹਾਂ ਦੇ ਅਨੋਖੇ। ਪਰ ਅੱਜ ਇੱਕ ਡਰਾਮਾ ਦਿੱਲੀ ਸੰਸਦ ਦੇ ਬਾਹਰ ਹੋਇਆ, ਤੇ ਉਹ ਜਿਹੜਾ ਡਰਾਮਾ ਕੀਤਾ ਗਿਆ ਉਹਨੂੰ ਆਪਾਂ ਕਾਮੇਡੀ ਨਹੀਂ ਕਹਿ ਸਕਦੇ, ਉਹ ਸਟਾਇਰ ਹੈ, ਬੜਾ ਢੁਕਵਾਂ ਸਟਾਇਰ ਕੀਤਾ ਗਿਆ। ਕੀ ਸੀ ਸਾਰਾ ਉਹ ਅਨੋਖਾ ਪ੍ਰਦਰਸ਼ਨ, ਪਾਇਓ ਜ਼ਰਾ ਚਾਨਣਾ। ਨਹੀਂ ਉਹ ਤੁਸੀਂ ਜੇ ਦੱਸੋ ਆਪਣੀ ਜ਼ੁਬਾਨ ਤੋਂ, ਤੇ ਮੈਨੂੰ ਬੜਾ ਅੱਛਾ ਲੱਗੇਗਾ। ਤੁਹਾਡਾ ਸਟਾਈਲ ਵੀ ਬਹੁਤ ਅੱਛਾ ਹੈ ਕਿ ਉਹ ਧੰਨਵਾਦ ਜੀ। ਪੱਪੂ ਯਾਦ ਪੱਪੂ ਯਾਦਵ ਵੈਸੇ ਜਾਣੇ ਜਾਂਦੇ ਨੇ ਉਹ ਆਪਣੇ ਦਾਨ ਪੁੰਨ ਵਾਲੇ ਕੰਮਾਂ ਦੇ ਲਈ, ਪਰ ਅੱਜ ਦਾਨ ਪੇਟੀ ਲੈ ਕੇ ਉਹ ਆਪ ਪਹੁੰਚ ਗਏ ਤੇ ਉਹਨਾਂ ਨੇ ਲਾ ਲਿਆ ਜੀ ਪੁਜਾਰੀ ਬਣ ਕੇ, ਪੁਜਾਰੀ ਬਣ ਕੇ। ਕੱਪੜੇ ਵੀ ਅੱਜ ਭਗਵੇਂ ਪਾਏ ਸੀ ਖਾਸੇ, ਪੂਰਾ ਰੰਗ ਰੂਪ ਉਹਨਾਂ ਨੇ ਉਹੋ ਜਿਹਾ ਕੀਤਾ ਸੀਗਾ, ਤੇ ਦਾਨ ਪੇਟੀ ਲੈ ਕੇ ਬਹਿ ਗਏ। ਉੱਥੇ ਰਾਹੁਲ ਗਾਂਧੀ ਹੁਣੀ ਵੀ ਜਦੋਂ ਉਹ ਦਾਨ ਪੇਟੀ 'ਚ ਪੈਸੇ ਪਾਉਣ ਆਏ, ਉਹ ਝਪੱਟਾ ਮਾਰ ਕੇ ਕੋਲ ਆਪਣੀ ਕੀ ਕਹਿੰਦੇ ਬਗਲੀ ਕਹਿੰਦੇ ਨੇ ਉਹਨੂੰ, ਬਗਲੀ 'ਚ ਪਾ ਲੈਂਦੇ ਨੇ, ਤੇ ਪੂਰਾ ਉੱਥੇ ਮਾਹੌਲ ਕਹਿਣ ਦਾ ਭਾਵ ਬਣਿਆ ਸੀ। ਇਹ ਸਟਾਇਰ ਹੈ, ਇਹ ਤਰੀਕਾ ਹੈ ਕਟਾਕਸ਼ ਕਰਨ ਦਾ, ਸਿੱਧਾ ਕਾਟ ਕਰਨ ਦਾ, ਚੰਗਾ ਲੱਗਦਾ ਹੈ ਏਦਾਂ ਦੀਆਂ ਚੀਜ਼ਾਂ। ਪਰ ਇਹ ਗੱਲ ਅੰਦਰ ਵੀ ਹੋਣੀ ਚਾਹੀਦੀ ਹੈ, ਇਹ ਨਹੀਂ ਵੀ ਤੁਸੀਂ ਪ੍ਰਦਰਸ਼ਨ ਤੱਕ ਹੀ ਸੀਮਿਤ ਰੱਖ ਕੇ ਤੇ ਉਹ ਮੁੜ ਕੇ ਘਰੋਂ ਘਰੀ ਬਹਿ ਜਾਓ ਵੀ ਕੋਈ ਨਾ, ਚੋਰੀ ਹੋਈ ਹੈ ਤਾਂ ਹੋਈ ਰਹੇ। ਬਹੁਤ ਜਲਦੀ ਮੇਰੇ ਖਿਆਲ ਦੇ ਨਾਲ ਤੁਸੀਂ ਮੇਰੇ ਵਾਲੀ ਜਗ੍ਹਾ ਤੇ ਆ ਜਾਓਗੇ, ਵਿਸ਼ਲੇਸ਼ਣ ਵਾਲੀ ਜਗ੍ਹਾ ਤੇ ਆ ਜਾਓਗੇ। ਬੜਾ ਬਿਹਤਰੀਨ ਸਟਾਈਲ ਹੈ ਤੁਹਾਡਾ। ਖੈਰ ਗੱਲ ਇਹ ਆ ਕਿ ਬਈ ਤੁਸੀਂ ਸਾਰੀ ਗੱਲ ਦੱਸ ਦਿੱਤੀ। ਹੁਣ ਗੁਰਪ੍ਰੀਤ ਦੋ ਚੀਜ਼ਾਂ ਨੇ ਜੀ। ਨੰਬਰ 1 ਕਿ ਰਾਹੁਲ ਗਾਂਧੀ ਹਰ ਮੁੱਦੇ ਤੇ ਹਰ ਤਰ੍ਹਾਂ ਦਾ ਰੋਲ ਅਦਾ ਕਰ ਰਹੇ ਨੇ, ਸੀਰੀਅਸ ਵੀ। ਆ ਤੁਸੀਂ ਜਿਹੜਾ ਅੰਗਰੇਜ਼ੀ ਦਾ ਸ਼ਬਦ ਇਸਤੇਮਾਲ ਕੀਤਾ ਹੈ ਕਿ ਵਿਅੰਗ, ਜੀ ਵਿਅੰਗ 'ਚ ਬੜੀ ਤਾਕਤ ਹੁੰਦੀ ਹੈ ਨਾ ਜੀ। ਵੀ ਇੱਕ ਤੇ ਇਹ ਕਿ ਰਾਹੁਲ ਗਾਂਧੀ ਹਰ ਰੋਲ ਪਲੇ ਕਰ ਰਹੇ ਨੇ, ਸੀਰੀਅਸ ਵਾਲਾ, ਲੀਡਰ ਵਾਲਾ, ਮਤਲਬ ਕਿ ਵਿਅੰਗਮਈ, ਹਰ ਰੋਲ। ਬਿਲਕੁਲ ਇਹ ਇੱਕ ਵੱਡੀ ਗੱਲ ਹੈ। ਪਰ ਰਾਹੁਲ ਗਾਂਧੀ ਦੀ ਪ੍ਰੇਜ਼ ਕੋਈ ਨਜਾਇਜ਼ ਨਹੀਂ ਕਰ ਰਹੇ, ਜੋ ਇਸ ਦੇਸ਼ ਦੇ ਵਿੱਚ ਚੱਲਦਾ ਹੈ। ਤੁਸੀਂ ਵੀ ਨਿਊਟਰਲ ਹੋ ਕੇ ਇੱਥੇ ਦੇਖਦੇ ਹੋ। ਆਡੀਅנס ਤਾਂ ਤੁਹਾਨੂੰ ਪਤਾ ਆਪਣੀਆਂ ਸਿਰਫ ਗੱਲਾਂ ਤੇ ਯਕੀਨ ਕਰ ਸਕਦੀ, ਉਹਨਾਂ ਦਾ ਇੱਕ ਭਰੋਸਾ ਹੈ ਆਪਣੇ ਤੇ। ਬਿਲਕੁਲ। ਪਰ ਜੋ ਆਪਾਂ ਇੱਥੇ ਦੇਖਦੇ ਸੁਣਦੇ, ਇਮਾਨਦਾਰੀ ਨਾਲ ਅਸੀਂ ਪਹੁੰਚਾਉਣ ਦਾ ਯਤਨ ਕਰਦੇ ਹਾਂ। ਨੰਬਰ 1 ਮੈਨੂੰ ਇਹ ਲੱਗ ਰਿਹਾ ਕਿ ਰਾਹੁਲ ਗਾਂਧੀ ਹਰ ਰੋਲ ਦੇ ਵਿੱਚ ਢਲ ਰਿਹਾ ਕਿ ਇਹਨਾਂ ਨੂੰ ਕੋਈ ਢਿੱਲ ਨਾ ਦਿੱਤੀ ਜਾਵੇ। ਸੈਕੰਡ ਚੀਜ਼ ਇੰਟਰਸਟਿੰਗ ਹੈ, ਇਹਨੂੰ ਹੁਣ ਤੁਸੀਂ ਸ਼ਾਇਦ ਡੂੰਘਾਈ ਨਾਲ ਲਾਓਗੇ ਤਾਂ ਮੇਰੇ ਖਿਆਲ ਦੇ ਨਾਲ ਮੇਰੇ ਨਾਲ ਸਹਿਮਤ ਹੋ ਜਾਓਗੇ ਕਿ ਆਰਐਸਐਸ ਨੇ ਦੋ ਚੀਜ਼ਾਂ ਵੱਡੀਆਂ 100 ਸਾਲ ਦੇ ਵਿੱਚ ਕੀਤੀਆਂ। ਇਹ ਬੜੀ ਪਤੇ ਦੀ ਗੱਲ ਕਰ ਰਿਹਾ। ਨੰਬਰ 1 ਰਾਮ ਮੰਦਿਰ, ਔਰ ਨੰਬਰ 2 ਨੌਜਵਾਨਾਂ ਨੂੰ ਸੰਸਕ੍ਰਿਤੀ ਦੇ ਨਾਮ ਤੇ, ਧਰਮ ਦੇ ਨਾਮ ਤੇ, ਸਵੈਮਾਨ ਦੇ ਨਾਮ ਤੇ, ਹਿੰਦੂਤਵ ਦੇ ਨਾਮ ਤੇ ਜੋ ਬ੍ਰੇਨ ਵਾਸ਼ਡ ਕਰ, ਇਹ ਦੋ ਕੰਮ ਇਹਨਾਂ ਨੇ ਕੀਤੇ ਨੇ 100 ਸਾਲ ਚ। ਤੇ ਮੈਨੂੰ ਲੱਗਦਾ ਹੈ ਗੁਰਪ੍ਰੀਤ ਰਾਮ ਮੰਦਿਰ ਔਰ ਇਹ ਨੌਜਵਾਨ ਵਾਲਾ ਜੰਤਰ ਮੰਤਰ, ਤੇ ਇਧਰੋਂ ਇਹ ਅੱਜ ਵਾਲਾ ਜੇ ਵਿਅੰਗ ਰਾਮ ਮੰਦਿਰ ਦੀ ਚੰਦਾ ਚੋਰੀ, ਇਹ ਦੋਵੇਂ ਹੀ ਮਾਮਲੇ ਦੇ ਵਿੱਚ ਮੇਰੇ ਖਿਆਲ ਦੇ ਨਾਲ ਆਰਐਸਐਸ ਦੀ ਕੀਤੀ ਕਰਾਈ ਖੂਚ ਪੈ ਗਈ।
ਬਿਲਕੁਲ ਪਾਉਣਗੇ, ਕਿਉਂਕਿ ਹੁਣ ਇਕੱਲਾ ਰਾਮ ਮੰਦਿਰ ਨਹੀਂ ਰਿਹਾ ਨਾ, ਉਧਰ ਸਾਊਥ ਇੰਡੀਆ ਦੇ ਵਿੱਚ ਵੀ ਮੰਦਿਰ ਨੇ ਜਿਹੜੇ ਜਿਨ੍ਹਾਂ ਨੂੰ ਇਹ ਸਾਰੇ ਚਲਾਉਂਦੇ ਨੇ, ਪੂਰਾ ਸੰਚਾਲਨ ਇਹਨਾਂ ਦੇ ਕੋਲ ਹੈ। ਉੱਥੇ ਵੀ ਚੋਰੀ ਦੇ ਮਾਮਲੇ ਸਾਹਮਣੇ ਆਏ ਨੇ ਉੱਥੇ, ਪਰ ਪਰਦੇ ਜੇ ਨਾਲ ਸਾਰੇ ਬੰਦੇ ਇਹਨਾਂ ਨੇ ਹਟਾਤੇ, 2-3 ਮੰਦਿਰ ਨੇ। ਤੇ ਖੈਰ ਦੇਖਦੇ ਹਾਂ ਬਣਦਾ ਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਪ੍ਰੋਗਰਾਮ ਦਾ ਸਮਾਂ ਕਰਦੇ ਹਾਂ ਇੱਥੇ ਹੀ ਸਮਾਪਤ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।